ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਅਰਥ ਸ਼ਾਸਤਰੀ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਇਹ ਰਹੇਗਾ ਕਿ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਢੰਗ ਦੇ ਨਾਲ ਪੰਜਾਬ ਤੋਂ ਕਰਜ਼ਾ ਲਾਉਣ ਦੀਆਂ ਗੱਲਾਂ ਕਰਦੀਆਂ ਨੇ। ਉਹਦੇ ਵਿੱਚ ਇੱਕ ਵੱਡਾ ਜਿਹੜਾ ਮੁੱਦਾ, ਕਈ ਮੁੱਦੇ ਚੁੱਕੇ ਜਾ ਰਹੇ ਨੇ, ਸ਼ਰਾਬ ਦੀ ਕਾਰਪੋਰੇਸ਼ਨ ਦਾ ਹੈ ਕਿ ਲੀਕਰ ਦੀ ਪਾਲਿਸੀ ਕਿੱਦਾਂ ਬਣਨੀ ਚਾਹੀਦੀ ਆ, ਉਹਦੇ ਨਾਲ ਪੰਜਾਬ ਨੂੰ ਕੀ ਫਾਇਦਾ ਹੋਣਾ ਹੈ। ਉਹਦੇ ਨਾਲ ਜਿਹੜਾ ਕਿਹਾ ਜਾਂਦਾ ਹੈ ਕਿ ਸਿਆਸੀ ਲੋਕਾਂ ਦੀ ਜਿਹੜੀ ਸ਼ਮੂਲੀਅਤ ਰਹਿੰਦੀ ਆ ਇਸ ਸ਼ਰਾਬ ਦੇ ਧੰਦੇ ਦੇ ਵਿੱਚ, ਨਾਜਾਇਜ਼ ਧੰਦੇ ਦੇ ਵਿੱਚ ਵੀ ਕਹਿ ਲਓ, ਤੇ ਉਹ ਕਿਸ ਤਰ੍ਹਾਂ ਉਹਦਾ ਹੱਲ ਕੱਢਿਆ ਜਾਵੇ। ਕੀ ਸਿਰਫ ਸ਼ਰਾਬ ਦੇ ਨਾਲ ਹੀ ਪੰਜਾਬ ਦਾ ਮਾਲੀਆ ਵਧਾਇਆ ਜਾ ਸਕਦਾ, ਜਾਂ ਫਿਰ ਕੋਈ ਹੋਰ ਵੀ ਤਰੀਕਾ ਹੈ ਜਿਹਦੇ ਨਾਲ ਖਜ਼ਾਨਾ ਜਿਹੜਾ ਉਹ ਪੰਜਾਬ ਦਾ ਭਰਦਾ ਨਜ਼ਰ ਆਉਂਦਾ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਇਹਦੇ ਨਾਲ ਜੁੜੇ ਤਮਾਮ ਸਵਾਲ ਜਿਹੜੇ ਨੇ ਉਹ ਪ੍ਰੋਫੈਸਰ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਜਵਾਬ ਕੀ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਥੈਂਕ ਯੂ ਜੀ, ਧੰਨਵਾਦ, ਸ਼ੁਕਰੀਆ। ਪ੍ਰੋਫੈਸਰ ਸਾਹਿਬ, ਸਾਰੇ ਕਹਿੰਦੇ ਕਿ ਲੀਕਰ ਦੀ ਪਾਲਿਸੀ ਬਣਾ ਦੇਾਂਗੇ। ਬਾਕੀ ਜਿਹੜੇ ਸੂਬੇ ਨੇ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ, ਕੇਰਲ ਦੀ, ਕੋਈ ਕਹਿ ਦਿੰਦਾ ਕਿ ਉੱਥੇ ਦੇਖ ਲਓ ਜੀ। ਪਰ ਪੰਜਾਬ ਦੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਸੋਚਿਆ ਜਾਏ ਕਿ ਕਿੰਨਾ ਕੁ ਫਾਇਦਾ ਜਿਹੜੀ ਲੀਕਰ ਪਾਲਿਸੀ ਬਣਨ ਦੇ ਨਾਲ ਹੋਣਾ ਹੈ, ਜਾਂ ਇਹ ਵੀ ਨਾਲ ਸਵਾਲ ਜੋੜ ਦਿੰਦਾ ਮੈਂ ਕਿ ਇਹਦੇ ਨਾਲ ਕੀ ਸਿਆਸਤਦਾਨ ਇਸ ਤੋਂ ਪਾਸੇ ਹੋ ਜਾਣਗੇ ਜਾਂ ਫਿਰ ਉਹਦੇ ਵਿੱਚ ਵੀ ਉਹਨਾਂ ਦੀਆਂ ਹਿੱਸੇ ਪੱਤੀਆਂ ਹੋ ਜਾਣਗੀਆਂ। ਦੇਖੋ, ਜਿੱਥੋਂ ਤੱਕ ਸੰਬੰਧ ਲੀਕਰ ਦੀ ਪਾਲਿਸੀ ਤਾਂ ਹੁਣ ਵੀ ਹੈਗੀ। ਐਕਸਾਈਜ਼ ਪਾਲਿਸੀ ਹਰੇਕ ਸਾਲ ਡਿਸਾਈਡ ਹੁੰਦੀ ਹੈ ਤੇ ਹਰੇਕ ਸਾਲ ਫਿਰ ਉਹਦੇ ਤਹਿਤ ਠੇਕੇ ਜਿਹੜੇ ਆ ਉਹ ਨਿਲਾਮ ਕੀਤੇ ਜਾਂਦੇ ਆ, ਬੋਲੀ ਦਿੱਤੀ ਜਾਂਦੀ ਹੈ। ਉਹ ਪਾਲਿਸੀ ਹਰੇਕ ਸਾਲ ਬਦਲੀ ਜਾਂਦੀ ਹੈ ਤੇ ਉਹਦੇ ਚ ਕਦੇ ਉਹਨੂੰ ਕਲੱਬ ਕਰ ਦਿੰਦੇ ਆ 15-15, 5-5 ਠੇਕੇ, ਕਦੇ ਉਹ ਇਕੱਲੇ ਨੂੰ ਕਰ ਦਿੰਦੇ ਆ। ਇੱਕ ਵੱਡਾ ਧੰਦਾ ਇਹ ਤਾਂ ਹੈਗਾ ਕਿ ਜਿਹੜੀ ਤੁਸੀਂ ਠੇਕਾ, ਇੱਕ ਤਾਂ ਹੈਗਾ ਕਿ ਠੇਕੇ ਜਿਹੜੇ ਸਰਕਾਰ ਬੋਲੀ ਲਾਉਂਦੀ ਹੈ, ਬੋਲੀ ਤੇ ਦਿੰਦੀ ਹੈ। ਇੱਕ ਤਾਂ ਉਹਨਾਂ ਦਾ ਧੰਦਾ ਧੰਦਾ ਉਹਦੇ ਤੋਂ ਬਾਹਰ ਹੈ। ਉਹ ਬੋਲੀ ਤੇ ਠੇਕੇ ਤੋਂ ਬਾਹਰ ਦਾ ਧੰਦਾ, ਜਿਹੜੀ ਨਜਾਇਜ਼ ਡਿਸਟਿਲਰੀਆਂ, ਫੈਕਟਰੀਆਂ ਚੱਲਦੀਆਂ ਨੇ ਜਿਹੜੀਆਂ ਫੜੀਆਂ ਗਈਆਂ, ਜਿਵੇਂ ਰਾਜਪੁਰੇ ਦੇ ਅੰਦਰ ਹੀ ਮਤਲਬ ਘਨੌਰ ਚ ਫੜੀ ਗਈ, ਫਿਰ ਰਾਜਪੁਰੇ ਉਹੀ ਬੰਦਿਆਂ ਦੀ 6 ਮਹੀਨੇ ਬਾਅਦ ਫੈਕਟਰੀ ਫੜੀ ਗਈ, ਖੰਨੇ ਫੜੀ ਗਈ। ਤੇ ਇਹ ਤੋਂ ਵੱਡੀ ਟ੍ਰੈਜਡੀ ਕੀ ਹੋਊਗੀ ਕਿ 113 ਬੰਦਿਆਂ ਦੀ ਮੌਤ ਪਿਛਲੇ ਸਾਲ ਅੰਮ੍ਰਿਤਸਰ ਦੇ ਵਿੱਚ, ਤਰਨਤਾਰਨ ਅੰਮ੍ਰਿਤਸਰ ਚ ਹੋਈ ਜੀ। ਤੇ ਉਹ ਇੱਕ ਵੱਖਰਾ ਧੰਦਾ। ਉਸ ਹਿਸਾਬ ਕਿਤਾਬ ਦੇ ਵਿੱਚ ਇਹ ਹੈ ਕਿ ਦੋ ਇਸ਼ੂ ਹੈ। ਇੱਕ ਹੈਗਾ ਕਿ ਜਿਹੜਾ ਤੁਸੀਂ ਚੈਨਲਾਈਜ਼ ਸਰਕਾਰੀ ਪੱਧਰ ਤੇ ਸ਼ਰਾਬ ਵੇਚਦੇ ਹੋ, ਜਿਹਨੂੰ ਤੁਸੀਂ ਕਹਿੰਦੇ ਹੋ ਇਲੀਗਲ ਪ੍ਰੋਸੈਸ ਹੈ, ਇੱਕ ਉਹਦਾ ਇਸ਼ੂ ਹੈ। ਇੱਕ ਇਲੀਗਲ ਟ੍ਰੇਡ ਦਾ ਇਸ਼ੂ ਹੈ। ਦੋ ਇਸ਼ੂ ਹੈ ਇਹਦੇ ਚ ਜੀ ਨਾ। ਤੇ ਜੇ ਆਪਾਂ ਇਹਨੂੰ ਲਈਏ ਕਿ ਜਿਹੜਾ ਸਰਕਾਰੀ ਹੈਗਾ ਉਹ ਵੀ ਪ੍ਰਾਈਵੇਟ ਹੋ ਗਿਆ, ਕਿਉਂਕਿ ਪ੍ਰਾਈਵੇਟ ਠੇਕੇਦਾਰਾਂ ਨੂੰ ਦਿੰਦੇ ਹੋ ਤੁਸੀਂ, ਤੇ ਉਹਦੇ ਜਿਹਦੀ ਸਰਕਾਰ ਬਣਦੀ ਆ ਉਹ ਠੇਕੇਦਾਰ ਜਿਹੜੀ ਆ, ਇਸੇ ਲਈ ਉਹਨੂੰ ਲੀਕਰ ਮਾਫੀਆ ਕਹਿੰਦੇ ਆ ਹੁਣ ਨਾ। ਬਿਲਕੁਲ, ਕਿਉਂਕਿ ਪੂਰਾ ਲੀਕਰ ਮਾਫੀਆ ਜਿਹਦੇ ਚੋਂ ਕਰੋੜਾਂ ਰੁਪਏ ਜਿਹੜੇ ਆ ਉਹ ਕਮਾਏ ਜਾਂਦੇ ਆ। ਔਰ ਉਸੇ ਠੇਕਿਆਂ ਤੇ ਹੀ ਜਿਹੜੀ ਇਲੀਗਲ ਸ਼ਰਾਬ ਆ ਉਹ ਵੀ ਵਿਕਦੀ ਹੈ। ਉਹ ਵੀ ਨਜਾਇਜ਼ ਸ਼ਰਾਬ ਵੀ ਉੱਥੇ ਜਾ ਕੇ ਵਿਕ ਜਾਂਦੀ ਹੈ। ਉਹ ਸਿੱਧੀ ਵੀ ਵਿਕ ਜਾਂਦੀ ਹੈ, ਜਿਹੜੀ ਸਪੂਰੀਅਸ ਹੈ, ਜਿਹੜੀ ਖਰਾਬ ਸ਼ਰਾਬ ਹੈ, ਉਹ ਵੀ ਵਿਕ ਜਾਂਦੀ ਹੈ। ਤੁਹਾਨੂੰ ਮਤਲਬ ਹੈਰਾਨ ਨਹੀਂ ਹੋਏਗੀ ਕਿ ਪੰਜਾਬ ਦੇ ਵਿੱਚ 2004 ਤੋਂ ਲੈ ਕੇ 2014 ਦਾ ਡਾਟਾ ਇੱਕ ਕ੍ਰਾਈਮ ਬਿਊਰੋ ਦਾ ਪਿਆ। ਉਹਦੇ ਚ ਇੰਡੀਆ ਦੇ ਵਿੱਚੋਂ ਜਿਹੜੀ ਜ਼ਹਿਰੀਲੀ, ਜਿਹੜੀ ਇਹ ਨਜਾਇਜ਼ ਸ਼ਰਾਬ ਹੈ ਪੀਣ ਨਾਲ ਜਿਹੜੇ ਬੰਦਿਆਂ ਦੀ ਮੌਤ ਹੈ, ਉਹ ਸੈਕੰਡ ਹਾਈਐਸਟ ਪੰਜਾਬ 'ਚ ਆ। ਉਹ 10 ਸਾਲ ਦੇ ਵਿੱਚ ਕੋਈ 1100 ਦੇ ਕਰੀਬ ਬੰਦੇ 10 ਸਾਲ 'ਚ ਜਿਹੜੀ ਜਾਲੀ ਸ਼ਰਾਬ ਪੀ ਕੇ ਮਰ ਗਏ। ਤੇ ਪਿਛਲੇ 2 ਸਾਲ ਪਹਿਲਾਂ 113 ਬੰਦੇ ਤਾਂ ਉਦੋਂ ਹੀ ਮਰ ਗਏ ਸੀਗੇ। ਹਾਂਜੀ, ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਕਰਾਂਗੇ, ਉਹ ਕਿਸੇ ਨੇ ਕਰਿਆ ਨਹੀਂ। ਅੱਗੇ ਉਹਦਾ ਕੀ ਬਣਿਆ ਸਾਰਾ ਭੁਲਾ ਗਿਆ, ਫਿਰ ਉਵੇਂ ਹੀ ਚੱਲ ਰਿਹਾ ਉਹ ਧੰਦਾ। ਬਿਲਕੁਲ। ਸੋ ਇਹਦਾ ਮਤਲਬ ਹੈਗਾ ਕਿ ਜਿਹੜੀ ਸ਼ਰਾਬ ਹੈ, ਇੱਕ ਤਾਂ ਸਾਨੂੰ ਇਹ ਮੰਨਣਾ ਪਊਗਾ ਉਹਦੀ ਕੰਜੰਪਸ਼ਨ ਹੈਗੀ ਹੈ। ਇਹਦੀ ਕੰਜੰਪਸ਼ਨ ਹੈਗੀ ਹੈ, ਫਿਰ ਇਹ ਸਾਰਾ ਧੰਦਾ ਹੋ ਰਿਹਾ। ਉਸ ਧੰਦੇ ਤੋਂ ਸਰਕਾਰ ਆਮਦਨੀ ਜਿਹੜੀ ਆ ਉਹ ਕਮਾਵੇ, ਇਹ ਇੱਕ ਇਸ਼ੂ ਹੈ। ਤੇ ਉਹਦੇ ਤੋਂ ਵੱਧ ਆਮਦਨੀ ਕਿਵੇਂ ਕਮਾਈ ਜਾ ਸਕਦੀ ਹੈ, ਨੰਬਰ 1। ਨੰਬਰ 2, ਜਿਹੜਾ 2 ਨੰਬਰ ਦਾ ਧੰਦਾ ਜਿਹੜਾ ਇਲੀਗਲ ਹੈ, ਜਿਹੜੀਆਂ ਫੈਕਟਰੀਆਂ ਫੜੀਆਂ ਗਈਆਂ ਸ਼ਰਾਬ ਦੀਆਂ, ਉਹਨਾਂ ਨੂੰ ਕਿਵੇਂ ਬੰਦ ਕਰਿਆ ਜਾਵੇ ਤਾਂ ਕਿ ਸਰਕਾਰ ਕੋਲ ਆਮਦਨ ਆਵੇ ਜੀ। ਸੋ ਇੱਕ ਪੂਰਾ ਜਿਹੜਾ ਇਹ ਲੀਕਰ ਮਾਫੀਆ,
ਉਹਦੇ ਤੇ ਕੰਟਰੋਲ ਦੀ ਗੱਲ ਹੈ, ਜਿਹਦੇ ਚ ਪੋਲੀਟੀਸ਼ੀਅਨ ਦਾ ਬਹੁਤ ਵੱਡਾ ਰੋਲ ਹੈ। ਉਹਦੇ ਵਿੱਚ ਪੁਲਿਸ ਵੀ ਰਲੀ ਵੀ ਹੈ, ਉਹਦੇ ਚ IAS ਆਫੀਸਰ ਵੀ ਰਲੇ ਹੋਏ ਹੈ। ਉਹ ਸਾਰਾ ਰਲ ਮਿਲ ਕੇ ਧੰਦਾ ਚੱਲਦਾ ਹੈ ਜੀ। ਇਸ ਲਈ ਉਹਨੂੰ ਮਤਲਬ ਵੱਡਾ ਸੋਰਸ ਆਫ ਇਨਕਮ ਹੋ ਸਕਦਾ। ਸਾਡੇ ਕੋਲ ਜਿਹੜਾ ਪਿਛਲਾ ਬਜਟ ਸੀ, ਉਹਦਾ ਟੈਕਸ ਤੋਂ ਜਿਹੜੀ ਰੈਵਨਿਊ ਸੀਗੀ ਸਾਡੀ, ਇਨਡਾਇਰੈਕਟ ਟੈਕਸ ਤੇ ਟੈਕਸ ਡਾਇਰੈਕਟ, ਉਹ ਲਗਭਗ 9500 ਕਰੋੜ ਹੈ। ਤੇ ਸਾਡੀ ਜਿਹੜੀ ਐਕਸਾਈਜ਼ ਡਿਊਟੀ ਤੋਂ, ਲਿਕਰ ਦੇ ਉੱਤੇ ਐਕਸਾਈਜ਼ ਡਿਊਟੀ ਤੋਂ ਜਿਹੜੀ ਰੈਵਨਿਊ ਸੀ, ਉਹ ਸਿਰਫ 5500 ਕਰੋੜ ਸੀਗੀ। ਇਹ ਹਰਿਆਣੇ ਦੀ ਸਾਡੇ ਨਾਲੋਂ ਜ਼ਿਆਦਾ, ਤਾਮਿਲਨਾਡੂ ਦੀ ਤਾਂ 31-32 ਹਜ਼ਾਰ ਕਰੋੜ ਹੈ। ਉੱਥੇ ਸ਼ਰਾਬ ਜਿਹੜਾ ਐਸਟੀਮੇਟ ਐਗਜ਼ੈਕਟ ਨਹੀਂ ਮੈਨੂੰ ਪਤਾ, ਲੇਕਿਨ ਇਹ ਕਿਹਾ ਜਾਂਦਾ ਕਿ ਪੰਜਾਬ ਨਾਲੋਂ ਘੱਟ ਪੀਤੀ ਜਾਂਦੀ ਹੈ। ਪੰਜਾਬ ਦੇ ਬਾਰੇ ਚ ਵੀ ਤੁਹਾਨੂੰ ਕੋਈ ਅੰਕੜਾ ਜਿਹੜਾ ਇਹਦੇ ਤੇ ਬੜੀ ਹੋਰ ਇੱਕ ਤਰਾਸਦੀ ਹੈ ਕਿ ਸਰਕਾਰ ਅੰਕੜੇ ਹੀ ਜਿਹੜੇ ਆ ਉਹ ਨਹੀਂ ਸ਼ੋਅ ਕਰਦੀ। ਤੁਹਾਨੂੰ ਇਹ ਪਤਾ ਹੀ ਨਹੀਂਗਾ। ਜੇ ਮੈਂ ਤੁਹਾਨੂੰ ਸਵਾਲ ਪੁੱਛਾਂ, ਪ੍ਰੈਸ ਵਾਲਿਆਂ ਕੋਲ ਜਾਣਕਾਰੀ ਜ਼ਿਆਦਾ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਕਿੰਨੀਆਂ ਬੋਤਲਾਂ ਸ਼ਰਾਬ ਦੀਆਂ ਇੱਕ ਸਾਲ ਦੇ ਵਿੱਚ ਪੀਤੀਆਂ ਜਾਂਦੀਆਂ ਨੇ, ਕੋਈ ਪਤਾ ਨਹੀਂ, ਕੋਈ ਅੰਕੜਾ ਨਹੀਂਗਾ। ਠੇਕੇ ਹੈਗੇ ਆ, ਠੇਕਿਆਂ ਨੂੰ ਸਪਲਾਈ ਹੁੰਦੀ ਹੈ, ਸਭ ਕੁਝ ਹੈਗਾ, ਲੇਕਿਨ ਪੰਜਾਬ ਸਰਕਾਰ ਇਹ ਨਹੀਂ ਦੱਸਦੀ। ਆਪਣੀ ਐਕਸਾਈਜ਼ ਮਹਿਕਮੇ ਦੀ ਜਿਹੜੀ ਵੈਬਸਾਈਟ ਹੈ, ਜਿਹੜਾ ਡਿਪਾਰਟਮੈਂਟ ਹੈ, ਉਹਦੇ ਤੇ ਤੁਹਾਨੂੰ ਜਾਣਕਾਰੀ ਹੀ ਨਹੀਂ ਮਿਲਦੀ ਕਿ ਇੱਕ 4-5-6 ਸਾਲ ਪਹਿਲਾਂ ਇੱਕ ਇੱਥੇ ਕਾਨਫਰੰਸ ਹੋਈ ਸੀ, ਪੰਜਾਬੀ ਵਿਕਾਸ ਕਾਨਫਰੰਸ। ਉਹਦੇ ਚ ਇੱਕ ਸੱਜਣ ਸੀਗੇ, ਉਹਨਾਂ ਨੇ ਉਸ ਵੇਲੇ 6 ਸਾਲ ਪਹਿਲਾਂ ਇੱਕ ਅੰਕੜਾ ਪੇਸ਼ ਕਰਿਆ ਸੀ ਕਿ ਪੰਜਾਬ ਦੇ ਵਿੱਚ ਕੋਈ 60 ਕਰੋੜ ਬੋਤਲ ਸ਼ਰਾਬ ਦੀ ਇੱਕ ਸਾਲ ਚ ਪੀਤੀ ਜਾਂਦੀ ਹੈ ਜੀ। ਸਾਰੇ ਪੋਸੀਬਲ ਹੈ, ਕਿਉਂਕਿ ਜਿਹੜਾ ਇੰਡੀਆ ਦਾ ਅੰਕੜਾ ਹੈਗਾ ਜਾਂ ਅਦਰਵਾਈਜ਼ ਹੈ, ਕੋਈ 31-32% ਦੇ ਕਰੀਬ ਹੈ ਜਿਹੜੇ ਲੋਕ ਸ਼ਰਾਬ ਪੀਂਦੇ ਆ। ਤੇ ਜੇ ਉਹਨਾਂ ਚੋਂ ਔਰਤਾਂ ਕੱਢ ਦਿਓ, ਬੱਚੇ ਕੱਢ ਦਿਓ, ਜੇ ਤੁਸੀਂ ਲਾ ਲਓ ਕਿ 1 ਕਰੋੜ ਬੰਦਾ ਕੋਈ ਜਿਹੜਾ ਮਤਲਬ ਪੀਂਦਾ ਹੋਵੇ ਪੰਜਾਬ 'ਚ ਸ਼ਰਾਬ, ਜਾਂ ਉਹ ਤੋਂ ਥੋੜਾ ਬੜਾ ਘੱਟ ਹੋਊਗਾ, ਤਾਂ ਉਹਦੇ ਹਿਸਾਬ ਨਾਲ ਇਹ ਅੰਕੜਾ ਜਿਹੜਾ ਠੀਕ ਹੈ। ਇਹਦੇ ਚ ਉਹਦੇ ਚ ਨਜਾਇਜ਼ ਸ਼ਰਾਬ ਕਿੰਨੀ ਹੈ ਹੋਰ ਹੈ, ਉਹ ਤੁਸੀਂ ਐਸਟੀਮੇਟ ਲਾਉਣਾ ਹਰੇਕ ਲਈ ਮੁਸ਼ਕਲ ਕੰਮ ਹੈ। ਬਿਲਕੁਲ ਬਿਲਕੁਲ। ਲੇਕਿਨ ਉਹਦੇ ਤੋਂ ਇਨਕਮ ਜਿਹੜੀ ਹੈ, ਦੇਖੋ ਤਾਮਿਲਨਾਡੂ ਦੇ ਵਿੱਚ ਐਕਸਾਈਜ਼ ਡਿਊਟੀ ਸ਼ਰਾਬ ਤੋਂ ਜਿਹੜੀ ਇਨਕਮ ਹੈ, ਉਹ 18,000 ਕਰੋੜ ਤੋਂ ਵੱਧ ਕੇ ਪਿਛਲੇ ਸਾਲ ਮਤਲਬ ਉੱਥੇ 33,000 ਕਰੋੜ ਰੁਪਇਆ ਇਨਕਮ ਹੋਈ ਜੀ, ਆਲਮੋਸਟ ਲਗਭਗ ਹੈ ਨਾ, ਥੋੜਾ ਬੜਾ ਫਰਕ ਹੋ ਸਕਦਾ, ਮੈਨੂੰ ਐਗਜ਼ੈਕਟ ਫਿਗਰ ਨਹੀਂ, 1800 ਤੋਂ। ਤੇ ਸਾਡੀ 2014-15 ਚ 5000 ਕਰੋੜ ਸੀਗੀ ਇਨਕਮ, ਉਹ ਹੁਣ ਸਾਡੀ 5500 ਕਰੋੜ ਹੈ। ਤੇ ਸ਼ਰਾਬ ਦੀ ਜਿਹੜੀ ਕੰਜ਼ੰਪਸ਼ਨ ਵਧਣ ਦਾ ਰੇਟ ਹੈ, ਉਹ ਕਾਫੀ ਜ਼ਿਆਦਾ ਹੈ ਜੀ, ਉਹ ਵੱਧ ਰਹੀ ਹੈ। ਸੋ ਇਸ ਲਈ ਇਹਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ। ਇਹ ਹੈਲਥ ਪੱਖੋਂ ਵੀ ਲੋੜ ਹੈ ਇਹਦੀ, ਕਿਉਂਕਿ ਜਿਹੜੇ ਪਰਿਵਾਰ ਦੇ ਵਿੱਚ ਜ਼ਿਆਦਾ ਸ਼ਰਾਬ ਹੈ ਨਾ, WHO ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਉਹਨੇ ਕੈਟੇਗਰਾਈਜ਼ੇਸ਼ਨ ਕੀਤੀ ਵੀ ਆ ਵੀ ਸ਼ਰਾਬ ਜਿਹੜੇ ਪੀਣ ਵਾਲੇ ਆ ਉਹ ਕਿੰਨੀ ਕੁ ਠੀਕ ਹੁੰਦੀ ਹੈ, ਕਿੰਨੀ ਬਹੁਤ ਡੇਂਜਰਸ ਹੋ ਜਾਂਦੀ ਹੈ। ਜਦੋਂ ਡੇਂਜਰਸ ਲੈਵਲ ਤੇ ਪਹੁੰਚ ਜਾਂਦੀ ਹੈ, ਫਿਰ ਉਹ ਹੈਲਥ ਤੇ ਵੀ ਖਰਚਾ ਵੱਧਦਾ ਉਸ ਪਰਿਵਾਰ ਦਾ, ਆਰਥਿਕ ਨੁਕਸਾਨ ਵੀ ਹੁੰਦਾ, ਸਾਰਾ ਕੁਝ ਹੁੰਦਾ। ਲੇਕਿਨ ਜੇ ਸਾਨੂੰ ਇਹੀ ਨਹੀਂ ਪਤਾ ਵੀ ਪੰਜਾਬ ਦੇ ਲੋਕ ਕਿੰਨੀ ਟੋਟਲ ਸ਼ਰਾਬ ਪੀਂਦੇ ਆ, ਜੇ ਸਰਕਾਰ ਇਹੀ ਨਹੀਂ ਦੱਸਦੀ ਹਾਂਜੀ, ਫਿਰ ਉਹਦੇ ਤੇ ਅੱਗੇ ਸਾਰੇ ਇਸ਼ੂ ਨਹੀਂ ਦੱਸਦੀ ਕਿਸ ਤਰ੍ਹਾਂ ਦੀ ਹੈ, ਤੇ ਫਿਰ ਜੇ ਉਹ ਚ ਜ਼ਹਿਰੀਲੀ ਸ਼ਰਾਬ ਵੀ ਆਉਂਦੀ ਹੈ। ਸੋ ਇਸ ਲਈ ਇਹ ਮੁੱਦਾ ਤਾਂ ਹੈ ਕਿ ਇਸ ਦੀ ਜਿਹੜੀ ਪ੍ਰੋਡਕਸ਼ਨ ਤੇ ਇਹਦੀ ਸਪਲਾਈ ਜਿਹੜੀ ਹੈ ਉਹਨੂੰ ਕੰਟਰੋਲ ਕਰਿਆ ਜਾਵੇ, ਤੇ ਇਹਦੀ ਪੂਰੀ ਜਾਣਕਾਰੀ ਰੱਖੀ ਜਾਵੇ ਕਿ ਕਿੰਨੀ ਸਪਲਾਈ ਹੋ ਰਹੀ ਹੈ, ਕਿੰਨੀ ਪੈਦਾ ਹੋ ਰਹੀ ਹੈ ਪੰਜਾਬ 'ਚ, ਕਿੰਨੀ ਸਪਲਾਈ ਹੋ ਰਹੀ ਹੈ, ਕਿੰਨੀ ਕੰਜ਼ੰਪਸ਼ਨ ਹੋ ਰਹੀ ਹੈ। ਉਹ ਜੇ ਤੁਸੀਂ ਵੈਬਸਾਈਟ ਹੋਰ ਵੀ ਦੇਖੋਗੇ, ਬੜਾ ਅਜੀਬ ਕਿਸਮ ਦਾ, ਜੇ ਤੁਸੀਂ ਤਾਮਿਲਨਾਡੂ ਦੀ ਐਕਸਾਈਜ਼ ਮਹਿਕਮੇ ਦੀ ਵੈਬਸਾਈਟ ਦੇਖੋ, ਉਹਨਾਂ ਨੇ ਦਿੱਤਾ ਵਾ ਕਿ ਤਾਮਿਲਨਾਡੂ ਦੇ ਵਿੱਚ ਕਿੰਨੀਆਂ ਸ਼ੂਗਰ ਫੈਕਟਰੀਆਂ ਨੇ, ਉਹਦੇ ਚ ਕਿੰਨੀ ਸ਼ੂਗਰ ਪੈਦਾ ਹੁੰਦੀ ਹੈ, ਕਿੰਨਾ ਸੀਰਾ ਪੈਦਾ ਹੁੰਦਾ, ਤੇ ਉਹ ਕਿੰਨਾ ਸੀਰਾ ਕਿਹੜੀ ਕਿਹੜੀ ਡਿਸਟਿਲਰੀ ਨੂੰ ਸਪਲਾਈ ਹੁੰਦਾ, ਤੇ ਉਹ ਡਿਸਟਿਲਰੀ ਚੋਂ ਕਿੰਨੀ ਸ਼ਰਾਬ ਜਿਹੜੀ ਆ ਉਹ ਦੇਸੀ ਬਣਦੀ ਹੈ, ਕਿੰਨੀ ਉਹ ਫੋਰਨ ਲਿਕਰ ਬਣਦੀ ਹੈ, ਕਿੰਨੀ ਉਹਦੇ ਚੋਂ ਬਾਕੀ ਦੀ ਪੈਦਾ ਹੁੰਦੀ ਹੈ। ਉਹ ਸਾਰਾ ਡਾਟਾ ਹੈਗਾ ਉਹਨਾਂ ਦਾ, ਹਰੇਕ ਫੈਕਟਰੀ ਡਿਸਟਿਲਰੀ ਵਾਈਜ਼, ਤੇ ਹਰੇਕ ਸ਼ੂਗਰ ਜਿਹੜੀ ਇੰਡਸਟਰੀ ਆ ਉਹਦੇ ਸ਼ੂਗਰ ਦੀ ਫੈਕਟਰੀ ਵਾਈਜ਼। ਸਾਡੇ ਕੋਲ ਤੁਸੀਂ ਲੱਭ ਲਓ, ਕੁਛ ਨਹੀਂ ਲੱਭਦਾ।
ਕੋਈ ਡਾਟਾ ਨਹੀਂ। ਕਿਹੜੀ ਸ਼ੂਗਰ ਮਿਲ ਨੇ ਕਿੰਨਾ ਗੰਨਾ ਪੀੜਿਆ, ਹੂੰ, ਕਿੰਨੀ ਉਹ ਚੋਂ ਚੀਨੀ ਬਣਾਈ, ਕਿੰਨਾ ਉਹ ਚੋਂ ਸੀਰਾ ਨਿਕਲਿਆ, ਕਿਹੜਾ ਸੀਰਾ ਕਿੱਥੇ ਸਪਲਾਈ ਕਰਿਆ, ਉਹਦੇ ਕੋਈ ਚੋਂ ਪਤਾ। ਕਿੰਨੀ ਸ਼ਰਾਬ ਕਿੱਥੇ ਪੈਦਾ ਹੋਈ। ਹੂੰ, ਐਸਾ ਕੁਝ ਨਹੀਂ ਹੈ। ਉਹਨੂੰ ਤਾਂ ਤੁਹਾਡੇ ਕੋਲ ਸ਼ੂਗਰ ਫੈਟ ਹੈਗੀ ਹੈ, ਉਹ ਬਿਲਕੁਲ। ਆਲਰੇਡੀ ਤੁਹਾਡੇ ਕੋਲ ਹੈਗਾ, ਉਹਦੇ ਕੰਟਰੋਲ ਹੈਗਾ। ਗੰਨਾ ਕਮਿਸ਼ਨਰ ਜਿਹੜਾ ਉੱਥੇ ਬੈਠਾ, ਹਾਂਜੀ, ਹੂੰ, ਉਹ ਤੁਸੀਂ ਫੈਕਟਰੀਆਂ ਨੇ ਉਹਨੂੰ ਕੰਟਰੋਲ ਕਰਕੇ ਦੱਸ ਸਕਦੇ ਹੋ ਸ਼ਰਾਬ ਦੇ ਮਾਮਲੇ। ਬਿਲਕੁਲ, ਬਿਲਕੁਲ। ਉਹ ਇਸ ਲਈ ਜਿਹੜੀ ਤਾਮਿਲਨਾਡੂ ਹੈ, ਤਾਮਿਲਨਾਡੂ ਦੇ ਵਿੱਚ ਪਹਿਲਾਂ ਸ਼ਰਾਬਬੰਦੀ ਸੀਗੀ, ਫਿਰ ਉਹਨਾਂ ਨੇ ਦੇਖਿਆ ਵੀ ਇਹਦੇ ਬਹੁਤ ਸਾਰੇ ਭੈੜ ਨੇ, ਲੋਕ ਹੂੰ, ਸ਼ਰਾਬ ਪੀ ਰਹੇ ਹੈ, ਉਹਦੇ ਇਸ ਕਰਕੇ ਭੈੜਾਂ ਕਰਕੇ ਇਹਨੂੰ ਖੋਲ ਦਿਓ। 2002 ਚ ਉਹਨਾਂ ਨੇ ਓਪਨ ਕਰੀ ਹੂੰ, ਤੇ ਉੱਥੇ ਫਿਰ ਇੱਕ ਕਾਰਪੋਰੇਸ਼ਨ ਜਿਹੜੀ ਹੈ ਨਾ ਉਹ ਬਣਾਈ ਗਈ, ਹੂੰ, ਜਿਹੜੀ ਕਿ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਲਿਮਟਿਡ ਦੇ ਨਾਂ ਤੇ ਜਾਣੀ ਜਾਂਦੀ ਹੈ, ਜਿਹਦੇ ਚ 6 IAS ਆਫੀਸਰਾਂ ਦੀ ਡਿਊਟੀ ਲੱਗਦੀ ਹੈ ਕਿ ਤੁਸੀਂ ਇਹਦੀ ਜਿਹੜੀ ਹੋਲਸੇਲ ਤੇ ਰਿਟੇਲ ਟ੍ਰੇਡਿੰਗ ਹੂੰ, ਇਹਦੇ ਤੇ ਪੂਰਾ ਕੰਟਰੋਲ ਰੱਖਣਾ। ਉੱਥੇ ਜੀ, ਸਰਕਾਰੀ ਦੁਕਾਨਾਂ ਨੇ ਤੇ ਸਰਕਾਰੀ ਮਹਿਕਮੇ ਰਾਹੀਂ ਵਿਕਦੀ ਹੈ ਤੇ ਉਹਦੇ ਤੇ ਇਨਕਮ ਵੀ ਪੂਰੀ ਹੁੰਦੀ ਹੈ। ਤੋ ਹੂੰ, ਇਸ ਲਈ ਸਾਡੇ ਤਾਂ ਇਹ ਜਾਣ ਬੁੱਝ ਕੇ, ਮਤਲਬ ਇਹ ਨਹੀਂ ਹੈ ਕਿ ਸਾਡੇ ਪੋਲੀਟੀਸ਼ੀਅਨ ਨੂੰ, ਜਿਹੜਾ ਵੀ ਸਾਡਾ CM ਬਣਿਆ ਉਹਨੂੰ, ਜਾਂ ਸਾਡੇ ਪੁਲਿਸ ਦੇ DGP ਨੂੰ, ਜਾਂ ਸਾਡੇ IAS ਆਫਿਸਰ, ਉਹਨਾਂ ਨੂੰ ਪਤਾ ਨਹੀਂ ਹੈ। ਉਹਨਾਂ ਹੂੰ, ਨੂੰ ਪਤਾ ਵੀ ਇਹਦੇ ਚ ਨਜਾਇਜ਼ ਧੰਦਾ ਹੁੰਦਾ, ਨਜਾਇਜ਼ ਧੰਦੇ ਚੋਂ ਕਰੋੜਾਂ ਦੀ ਜਿਹੜੀ ਹੈ ਸ਼ਰਾਬ ਉਹ ਬਣਦੀ ਹੈ ਹੂੰ, ਤੇ ਕਰੋੜਾਂ ਦੀ ਨਜਾਇਜ਼ ਸ਼ਰਾਬ ਬਣਦੀ ਹੈ, ਉਹ ਹੂੰ, ਵਿਕਦੀ ਹੈ, ਉਹ ਠੇਕਿਆਂ ਤੇ ਵੀ ਆ ਕੇ ਵਿਕਦੀ ਹੈ। ਜੀ, ਸੋ ਇਹ ਸਾਰਾ ਕੁਝ ਹੈਗਾ। ਜੀ। ਟਵਾਣਾ ਸਾਹਿਬ, ਇਹਦੇ ਵਿੱਚ ਇੱਕ ਸਵਾਲ, ਉਹਦਾ ਜਵਾਬ ਦਿਓ ਕਿ ਜੇ ਤੁਹਾਡੇ ਕੋਲ ਅੰਕੜੇ ਹੋਣ, ਆਪਾਂ ਜੇ ਸਾਲਾਨਾ ਦੇ ਹਿਸਾਬ ਨਾਲ ਲਾਈਏ, 10 ਸਾਲ ਅਕਾਲੀ ਦਲ ਵਾਲਿਆਂ ਦੀ ਸਰਕਾਰ ਰਹੀ ਆ, 7 ਤੋਂ 2007 17 ਤੱਕ, 17 ਤੋਂ ਲੈ ਕੇ ਹੁਣ 22 ਤੱਕ ਜਿਹੜੀ ਹੈ ਕਾਂਗਰਸ ਦੀ ਸਰਕਾਰ, ਜੇ ਆਪਾਂ ਇੱਕ ਸਾਲ ਦੇ ਹਿਸਾਬ ਨਾਲ ਲਾਈਏ ਕਿ ਇੱਕ ਸਾਲ ਚ ਕਿੰਨੀ ਕੁ ਇਨਕਮ ਜਿਹੜੀ ਹੈ ਉਹ ਸ਼ਰਾਬ ਤੋਂ ਹੁੰਦੀ ਹੈ, ਤੇ ਕਿੰਨੀ ਕੁ ਨਜਾਇਜ਼ ਤੌਰ ਦੇ ਉੱਤੇ ਹੁੰਦੀ ਹੈ, ਤੇ ਉਹਦੇ ਨਾਲ ਕਿੰਨਾ ਕੁ ਖੋਰਾ ਪੰਜਾਬ ਦੇ ਖਜ਼ਾਨੇ ਨੂੰ ਲੱਗਿਆ। ਦੇਖੋ, ਜਿਹੜਾ ਇੱਕ ਇਹਦੇ ਤੇ, ਕਿਉਂਕਿ ਤੁਸੀਂ ਅੰਕੜੇ ਜਿਹੜੇ ਆ ਉਹ ਆਪਣੇ ਆਪ 'ਚ ਹੀ ਵੱਡਾ ਸਵਾਲ ਹੈ ਕਿ ਅੰਕੜੇ ਜਿਹੜੇ ਇਕੱਠੇ ਕਰਨੇ ਤੇ ਮਿਲਣੇ, ਹੂੰ, ਲੇਕਿਨ ਉਹਦੇ 'ਚ ਇੱਕ ਸਿੱਧੀ ਜੀ ਉਹ ਹੈ ਕਿ ਹਰਿਆਣੇ ਦੇ ਵਿੱਚ ਹੂੰ, ਜਿਹੜੀ ਕੰਜੰਪਸ਼ਨ ਹੈ ਉਹ ਹੂੰ, ਪੰਜਾਬ ਨਾਲੋਂ ਘੱਟ ਹੈ। ਹੂੰ, ਸਾਡੇ ਇੱਕ ਅੰਕੜਾ ਹੈ, ਉਹ ਕੈਲਕੂਲੇਸ਼ਨ ਕੀਤੀ ਵੀ ਆ, ਉਹਦੇ ਪੇਪਰ ਜਿਹੜੇ ਆ ਕੁਛ, ਕਿ ਹੂੰ, 141 ml ਪਰ ਡੇ, ਪਰ ਵੀਕ, ਪਰ ਕੈਪੀਟਾ ਸਾਡੀ ਕੰਜੰਪਸ਼ਨ ਹੈ, ਹੂੰ, ਹਾਂਜੀ। ਤੇ ਹਰਿਆਣੇ 'ਚ ਉਹ 89 ਹੈ ਨਾ, ਮਤਲਬ 90 ਲਾ ਲਓ ਤੁਸੀਂ। ਹੂੰ, ਤੇ ਇਹ ਹੈਗੀ ਹੈ ਜਿਹੜੀ ਦੇਸੀ ਸ਼ਰਾਬ ਹੁੰਦੀ ਹੈ। ਜਿਹੜੀ ਹੂੰ, ਦੂਜੀ ਸ਼ਰਾਬ ਹੈ ਉਹ ਸਾਡੇ 50 ਹੈ, ਉੱਥੇ 43 ਹੈ, ਜਿਹੜੀ ਅੰਗਰੇਜ਼ੀ ਸ਼ਰਾਬ ਹੈ। ਹੂੰ, ਲੇਕਿਨ ਉਹਦੀ ਸਾਡੇ ਨਾਲੋਂ 200 ਕਰੋੜ ਰੁਪਈਆ ਇਨਕਮ ਜ਼ਿਆਦਾ 43 ਤੇ ਵੀ। ਹਰਿਆਣੇ ਦੀ, ਹੂੰ, ਹੈਨਾ, ਜਦੋਂ ਕਿ ਹਰਿਆਣੇ 'ਚ। ਹੂੰ, ਇਸ ਲਈ ਤੁਸੀਂ ਜੇ ਇਹਨੂੰ ਇਹ ਕਰਦੇ ਹੋ ਕਿ ਜੇ ਤਾਮਿਲਨਾਡੂ ਦੇ ਵਿੱਚ, ਹੂੰ, ਨਾ ਠੀਕ ਹੈ, ਉਹਦੀ ਪਾਪੂਲੇਸ਼ਨ ਜ਼ਿਆਦਾ, ਲੇਕਿਨ ਉੱਥੇ ਲੋਕ ਸ਼ਰਾਬ ਘੱਟ ਪੀਂਦੇ ਆ ਹੂੰ, ਸਾਡੇ ਮੁਕਾਬਲੇ। ਨਹੀਂ ਜੀ, ਉਹਦਾ ਪੂਰਾ ਅੰਕੜਾ ਹੈ ਨਹੀਂਗਾ, ਲੇਕਿਨ ਇੱਕ ਹੂੰ, ਹੈ ਕਿ ਉੱਥੇ ਜਿਹੜੀ ਬਹੁਤ ਸਾਰੇ ਠੇਕਿਆਂ ਤੇ ਪਹਿਲਾਂ 5-6 ਸਾਲ ਪਹਿਲਾਂ ਕੁਝ ਬੰਦਿਆਂ ਨੂੰ, ਜਿਹੜਾ ਮੈਂ ਵੀ ਪੁੱਛਿਆ, ਉੱਥੇ ਹੂੰ, ਠੇਕੇ ਤੇ ਬੋਤਲ ਨਹੀਂ ਸੀ ਮਿਲਦੀ ਹੁੰਦੀ, ਕੁਆਟਰ ਮਿਲਦਾ ਸੀਗਾ, ਹੂੰ, ਹਾਂ ਜੀ, ਹਾਫ ਵੀ ਨਹੀਂ ਸੀ ਮਿਲਦਾ। ਇਹਦਾ ਹੂੰ, ਮਤਲਬ ਹੈ ਕਿ ਲੋਕ ਬੋਤਲ ਨਹੀਂ ਸੀ ਖਰੀਦਦੇ। ਇਹ ਹੂੰ, ਕੋਈ 8-9 ਸਾਲ ਪਹਿਲਾਂ ਦੀ ਗੱਲ ਹੈ, ਹੁਣ ਜੀ, ਹੋ ਸਕਦਾ ਵੀ ਮਿਲਦੀ ਹੋਵੇ। ਹੂੰ, ਉੱਥੇ ਦੇ ਲੋਕ ਜਿਹੜੇ, ਮਤਲਬ ਚਲੋ ਆਬਾਦੀ ਜ਼ਿਆਦਾ, ਇਸ ਲਈ ਟੋਟਲ ਕੰਜੰਪਸ਼ਨ ਜਿਹੜੀ ਆ ਉਹ ਕਿੰਨੀ ਹੈ, ਇਹਦਾ ਕੋਈ ਇਹ ਸਟੇਟ ਵਾਈਜ਼ ਇਹਦਾ ਕੋਈ ਅੰਕੜਾ ਹੈ ਨਹੀਂਗਾ, ਹੂੰ, ਕਿ ਐਗਜ਼ੈਕਟ ਅੰਕੜਾ ਸਟੇਟ ਵਾਈਜ਼ ਕਿੰਨੀ ਸ਼ਰਾਬ ਕਿਹੜੀ ਸਟੇਟ 'ਚ ਕਿਸ ਕਿਸਮ ਦੀ ਪੀਤੀ ਜਾਂਦੀ ਹੈ, ਇਹ ਅੰਕੜੇ ਦੀ ਘਾਟ ਹੈ। ਹੂੰ, ਲੇਕਿਨ ਉਹਦੇ ਬਾਵਜੂਦ ਉੱਥੇ ਜੇ 33,000 ਕਰੋੜ ਰੁਪਏ ਦੀ ਇਨਕਮ ਹੋ ਸਕਦੀ ਹੈ ਜੀ, ਤਾਮਿਲਨਾਡੂ 'ਚ, ਤੇ ਸਾਡੇ ਸਿਰਫ 5600 ਕਰੋੜ ਰੁਪਏ ਦੀ ਹੁੰਦੀ ਹੈ, 6 ਗੁਣਾ ਘੱਟ 6 ਗੁਣਾ ਘੱਟ। ਹੈ ਨਾ। ਇਹ ਤਾਂ ਇਹ ਮੰਨਣਯੋਗ ਨਹੀਂ ਹੈ, ਹੂੰ, ਇਹ ਮੰਨਣਯੋਗ ਨਹੀਂ ਹੈ ਕਿਸੇ ਵੀ ਰੂਪ 'ਚ, ਹੈ ਨਾ। ਬਿਲਕੁਲ। ਇਹ ਹਰਿਆਣੇ ਦੀ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੈ ਵੀ ਉਹਦੀ ਆਲਮੋਸਟ 200 ਕਰੋੜ ਰੁਪਏ, 2000 ਕਰੋੜ ਰੁਪਇਆ ਜ਼ਿਆਦਾ, ਇਹ ਹੂੰ, ਉਹਦੀ ਆਬਾਦੀ ਸਾਡੇ ਨਾਲੋਂ ਘੱਟ ਹੈ। ਤੇ ਹਰਿਆਣੇ 'ਚ ਸ਼ਰਾਬ, ਜੇ ਤੁਸੀਂ ਕਹੋਗੇ ਉਹ ਹੁੱਕਾ ਪੀਂਦੇ ਆ ਜਾਂ ਬੀੜੀ ਸਿਗਰਟ ਪੀਂਦੇ ਆ, ਸ਼ਰਾਬ ਨਹੀਂ ਪੀਂਦੇ, ਜ਼ਿਆਦਾਤਰ ਪਿੰਡਾਂ ਦੇ ਲੋਕ ਵੀ ਘੱਟ ਪੀਂਦੇ ਆ, ਇਹ ਹੂੰ, ਸ਼ਹਿਰੀ ਕੰਜੰਪਸ਼ਨ ਹੋਊਗੀ। ਹੂੰ, ਲੇਕਿਨ ਇਹ ਹੈ ਕਿ ਤੁਸੀਂ ਇਹਨੂੰ ਐਟ ਲੀਸਟ ਜੇ ਇਹ ਮੰਨ ਕੇ ਚੱਲੋ ਕਿ 6 ਦੁੱਗਣੀ, ਮਤਲਬ ਇੰਨੀ ਜਿੰਨੀ ਇਨਕਮ ਹੈ ਇੰਨੀ ਚੋਰੀ ਹੋ ਜਾਂਦੀ ਹੈ। ਜੇ ਸਮਝ ਗਏ। 6000 ਕਰੋੜ ਚੋਰੀ ਹੋਇਆ ਇੱਕ ਸਾਲ ਦਾ, ਤਾਂ ਹੂੰ, 36,000 ਕਰੋੜ ਰੁਪਈਆ ਪਿਛਲੇ 6 ਸਾਲ 'ਚ ਚੋਰੀ ਹੋ ਗਿਆ।
6 ਸਾਲ ਚ ਜੀ। ਇਹ ਕੰਜ਼ਰਵੇਟਿਵ ਐਸਟੀਮੇਟ ਹੈ ਨਾ ਜੀ, ਕੰਜ਼ਰਵੇਟਿਵ। ਤੇ ਬਿਲਕੁਲ ਇਸ ਲਈ ਮਤਲਬ ਜਿਹੜੀ ਇਹਦਾ ਜਿਹੜਾ ਧੰਦਾ, ਇਹਦੇ ਚ ਹੋਰ ਵੀ ਗੱਲ ਹੈ ਕਿ ਜਿਹੜੀ ਬੋਲੀ ਦੇ ਕੇ ਤੁਸੀਂ ਵੇਚ ਕਰ ਰਹੇ ਹੋ ਉਹਦੇ ਵਿੱਚ ਵੀ ਹੈ ਨਾ ਬਹੁਤ ਸਾਰੀ ਚੋਰੀ ਹੈ, ਬਹੁਤ ਸਾਰੀ ਚੋਰੀ ਹੈ। ਹੋਲਸੇਲ ਲੈਵਲ ਤੇ ਚੋਰੀ ਹੈ, ਰਿਟੇਲ ਲੈਵਲ ਤੇ ਚੋਰੀ ਹੈ, ਜਿਹੜੀ ਕਿਤੇ ਕਾਊਂਟ ਫਾਰ ਹੀ ਨਹੀਂ ਹੁੰਦੀ। ਇਸ ਕਰਕੇ ਮਤਲਬ ਬਹੁਤ ਵੱਡੀ ਜਿਹੜੀ ਹੈ ਚੋਰੀ ਹੈਗੀ ਹੈ। ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਟੈਕਸ ਤੇ ਨਾਨ ਟੈਕਸ ਰੈਵਨਿਊ ਹੈ, ਜਿਹੜੀ ਸਟੇਟ ਗਵਰਨਮੈਂਟ ਦੀ ਰੈਵਨਿਊ ਹੈ, ਉਹਦੇ ਵਿੱਚ ਐਕਸਾਈਜ਼ ਡਿਊਟੀ 21-22% ਦਾ ਸ਼ੇਅਰ ਵੀ ਹੈਗਾ। ਤੇ ਸਾਡੇ ਦਾ 5% ਸ਼ੇਅਰ ਵੀ ਮਸਾਂ, ਸਿਰਫ 5%। ਜੇ ਤੁਸੀਂ ਉਹਨੂੰ 10% ਤੇ ਵੀ ਲੈ ਜਾਓ ਤਾਂ ਵੀ ਇਹ ਮਤਲਬ 10,000 ਕਰੋੜ ਤੋਂ ਉੱਤੇ ਬਣਦੀ ਹੈ। ਉਹ ਬਹੁਤ ਵੱਡੀ ਚੋਰੀ ਹੈ ਜਿਹੜੀ ਰਲ ਕੇ ਪੋਲੀਟੀਸ਼ੀਅਨਾਂ ਵੱਲੋਂ, ਪੁਲਿਸ ਵੱਲੋਂ, ਬਿਊਰੋਕ੍ਰੇਸੀ ਦੇ ਰਾਹੀਂ ਰਲ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਟਵਾਣਾ ਸਾਹਿਬ, ਇਹਦੇ ਵਿੱਚ ਇੱਕ ਹੋਰ ਆ ਕਿ ਜੇ ਹੁਣ ਇਹ ਗੱਲ ਕਰਦੇ ਨੇ ਕਿ ਅਸੀਂ ਲਿਕਰ ਦੀ ਪਾਲਿਸੀ ਬਣਾ ਦੇਣੀ ਆ, ਪਰ ਕੀ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਨੇ, ਜਿਸ ਤਰ੍ਹਾਂ ਦੇ ਇੱਥੇ ਸਿਆਸਤਦਾਨਾਂ ਦੇ ਉੱਤੇ ਉਂਗਲਾਂ ਉੱਠਦੀਆਂ ਨੇ ਜਾਂ ਸਿੱਧੇ ਅਸਿੱਧੇ ਢੰਗ ਨਾਲ ਜਿਹੜੇ ਇਲਜ਼ਾਮ ਲੱਗਦੇ ਨੇ, ਕੀ ਉਹਨਾਂ ਦੇ ਹੁੰਦਿਆਂ ਜਿਹੜੀ ਇਹ ਲਿਕਰ ਪਾਲਿਸੀ ਹੈ, ਸ਼ਰਾਬ ਦੇ ਉੱਤੇ ਪਾਲਿਸੀ ਬਣਨੀ ਹੈ, ਕੀ ਉਹ ਲਾਗੂ ਹੋ ਸਕਦੀ ਹੈ? ਕਿਉਂਕਿ ਉਹ ਸਿਆਸਤਦਾਨ ਵੀ ਫਿਰ ਉਹੋ ਜਿਹੇ ਚਾਹੀਦੇ ਨੇ, ਤਾਮਿਲਨਾਡੂ ਵਰਗੇ ਚਾਹੀਦੇ ਨੇ, ਜਿਹੜੇ ਨਹੀਂ ਚਾਹੁੰਦੇ ਕਿ ਵਿੱਚ ਹਿੱਸਾ ਪਏ। ਜੇ ਬਣ ਵੀ ਗਈ, ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਉਹਦੇ ਵਿੱਚ ਵੀ ਇਹਨਾਂ ਦੀ ਕਿਸੇ ਢੰਗ ਦੇ ਨਾਲ, ਸਿੱਧੇ ਢੰਗ ਦੇ ਨਾਲ ਕੋਈ ਦਖਲਅੰਦਾਜ਼ੀ ਹੋਵੇ। ਫਿਰ ਦੇਖੋ, ਉਹ ਜਿਹੜਾ ਹੈ ਨਾ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕਾਰਪੋਰੇਸ਼ਨ ਬਣਦੀ ਹੈ ਤਾਮਿਲਨਾਡੂ ਦੀ ਤਰਜ਼ ਦੇ ਉੱਤੇ, ਹੈ ਨਾ, ਪੰਜਾਬ ਸਟੇਟ ਜਿਹੜੀ ਪੰਜਾਬ ਸਟੇਟ ਮਤਲਬ ਮਾਰਕੀਟਿੰਗ ਕਾਰਪੋਰੇਸ਼ਨ ਬਣਦੀ ਹੈ ਜੀ ਸ਼ਰਾਬ ਦੀ, ਇਹ ਸਾਰਾ ਕੰਟਰੋਲ ਗਵਰਨਮੈਂਟ ਦਾ ਹੁੰਦਾ, ਉਹ ਅੱਜ ਦੀ ਹਾਲਾਤ ਨਾਲੋਂ ਕਿਤੇ ਜ਼ਿਆਦਾ ਚੰਗਾ ਹੋਊ। ਨੰਬਰ 1 ਹੈ ਨਾ, ਜਿਹੜਾ ਅੱਜ ਲੁੱਟ ਮਿਚੀ ਵੀ ਹੈ, ਲਿਕਰ ਮਾਫੀਏ ਬਣੇ ਵੀ ਆ, ਠੇਕੇ ਵਾਲੇ ਬਣੇ ਵੀ ਆ। ਤੁਸੀਂ ਦੇਖੋ, ਜਦੋਂ ਬੋਲੀ ਹੁਣ ਮਾਰਚ ਦੇ ਵਿੱਚ ਹੋਣੀ ਹੈ ਨਾ, ਉਹਨਾਂ ਨੇ ਉੱਥੇ ਵੜਨ ਨਹੀਂ ਦਿੰਦੇ ਉਹ ਦੂਜੇ ਬੰਦੇ ਨੂੰ, ਹਰ ਪੁਲਿਸ ਵਾਲੇ ਨਹੀਂ ਵੜਨ ਦਿੰਦੇ। ਉਹ ਪੋਲੀਟੀਕਲ ਲੀਡਰ ਚੱਲਦੇ ਆ ਕਿ ਇੱਥੇ ਬੋਲੀ ਹੋਰ ਕਿਸੇ ਨੂੰ ਦੇਣ ਨਹੀਂ ਦੇਣੀ। ਜੇ ਤੁਸੀਂ ਉਹ ਸਾਰਾ ਸਿਸਟਮ ਬੋਲੀ ਵਾਲਾ ਬੰਦ ਕਰਕੇ ਕੰਟਰੋਲ ਸਰਕਾਰ ਕੋਲ ਚਲਿਆ ਜਾਵੇ ਤੇ ਸਰਕਾਰ ਦੇ ਠੇਕੇ ਹੋਣ, ਤੇ ਜਿਹੜੇ ਮਤਲਬ ਤੁਸੀਂ ਜੇ 4000 ਠੇਕੇ, 3000 ਠੇਕੇ ਵੀ ਖੋਲਦੇ ਹੋ ਤੁਸੀਂ ਪੰਜਾਬ ਦੇ ਵਿੱਚ, ਜਿਹੜੇ ਕਿ ਕਾਫੀ ਨੰਬਰ ਹੈਗਾ, ਤੇ ਹਰੇਕ ਠੇਕੇ ਤੇ ਜੇ 4 ਬੰਦਿਆਂ ਨੂੰ ਵੀ ਰੁਜ਼ਗਾਰ ਮਿਲੇ ਤਾਂ ਤੁਸੀਂ 12-13 ਹਜ਼ਾਰ ਦਾ ਰੁਜ਼ਗਾਰ ਵੀ ਪੈਦਾ ਕਰ ਸਕਦੇ ਹੋ, ਜਿਹੜੇ ਸਾਡੇ ਬੱਚੇ ਵਿਹਲੇ ਤੁਰੇ ਫਿਰਦੇ ਆ। ਤਾਮਿਲਨਾਡੂ ਤਾਂ ਹੋਰ ਵੀ ਸੀਗਾ ਕਿ ਜਿਹੜੇ ਨਜਾਇਜ਼ ਸ਼ਰਾਬ ਕੱਢਣ ਵਾਲੇ, ਉਹਨਾਂ ਲਈ ਉਹਨਾਂ ਨੇ ਫੰਡ ਰੱਖਿਆ ਸੀ ਕਿ ਇਹਨਾਂ ਨੂੰ ਰੀਹੈਬਿਲਿਟੇਟ ਕਰੋ, ਕਿ ਨਜਾਇਜ਼ ਸ਼ਰਾਬ ਨਾ ਕੱਢਣ, ਕੋਈ ਹੋਰ ਧੰਦਾ ਕਰ ਲੈਣ, ਹਨਾ। ਉਹ ਸਾਡੇ ਤਾਂ ਕਨਸੈਪਟ ਹੀ ਹੈ ਨਹੀਂਗਾ। ਸੋ ਇਸ ਲਈ ਜੇ ਤੁਸੀਂ ਕਾਰਪੋਰੇਸ਼ਨ ਬਣਾ ਕੇ ਸਾਰੀ ਸ਼ਰਾਬ ਦਾ ਜਿਹੜਾ ਧੰਦਾ ਖਰੀਦਣ ਦਾ, ਉਹਦੀ ਹੋਲਸੇਲ ਮਾਰਕੀਟਿੰਗ ਦਾ, ਰਿਟੇਲ ਮਾਰਕੀਟਿੰਗ ਦਾ, ਜੇ ਸਰਕਾਰ ਆਪਣੇ ਕਬਜ਼ੇ 'ਚ ਲੈਂਦੀ ਹੈ, ਜਿਹੜੇ ਅੱਜ ਨਾਲੋਂ ਕਿਤੇ ਬੈਟਰ ਹੋਊਗਾ, ਹੈ ਨਾ। ਦਿੱਲੀ 'ਚ ਵੀ ਸਰਕਾਰੀ ਦੁਕਾਨਾਂ ਨੇ, ਤਾਮਿਲਨਾਡੂ 'ਚ ਵੀ ਸਰਕਾਰੀ ਦੁਕਾਨਾਂ ਨੇ, ਹੋਰ ਬਹੁਤ ਸਟੇਟ ਦੇ ਵਿੱਚ ਸਰਕਾਰੀ ਦੁਕਾਨਾਂ ਨੇ, ਤੇ ਉਹਦੇ ਮੁਲਾਜ਼ਮ ਜਿਹੜੇ ਸਰਕਾਰੀ ਮੁਲਾਜ਼ਮ ਹੈ, ਤੇ ਉੱਥੋਂ ਤੁਸੀਂ ਉਹਨਾਂ ਦੇ ਉੱਤੇ ਰੱਖ ਕੇ, ਜਿਹੜੇ ਹੁਣ ਵੀ ਠੇਕੇਦਾਰ ਹੈ ਉਹ ਵੀ ਤਾਂ ਆਪਣੇ ਕਰਿੰਦੇ ਰੱਖਦੇ ਆ ਹਰੇਕ ਠੇਕੇ ਤੇ, ਉਹ ਵੀ ਉਹਨਾਂ ਨੂੰ ਪੈਸੇ ਦਿੰਦੇ ਆ, ਉਹਦੇ ਤੋਂ ਬਾਵਜੂਦ ਕਰੋੜਾਂ ਰੁਪਏ ਕਮਾ ਕੇ ਲੈ ਜਾਂਦੇ ਆ। ਤੇ ਤੁਸੀਂ ਉਹ ਕਰ ਸਕਦੇ ਹੋ, ਤੇ ਹੁਣ ਦੇ ਹਾਲਾਤ ਨਾਲੋਂ ਕਿਤੇ ਮੱਚ ਬੈਟਰ ਹੋਊਗਾ। ਨੰਬਰ 1, ਜਦੋਂ ਗੱਲ ਹੁੰਦੀ ਹੈ ਬਾਕੀ ਸਟੇਟਾਂ ਦੀ, ਤੁਸੀਂ ਦਿੱਲੀ ਦਾ ਨਾਮ ਲਿਆ, ਦਿੱਲੀ ਦੇ ਕੋਈ ਅੰਕੜੇ ਹੈ ਜਾਂ ਦਿੱਲੀ ਦੇ ਬਾਰੇ ਕੋਈ ਜਾਣਕਾਰੀ ਕਿ ਉੱਥੋਂ ਦੇ ਹਾਲਾਤ ਕਿੱਦਾਂ ਦੇ ਨੇ? ਕਿਉਂਕਿ ਜੇ ਅਰਵਿੰਦ ਕੇਜਰੀਵਾਲ ਉੱਥੋਂ ਆ ਕੇ ਇੱਕ ਮੌਕਾ ਲੈਣ ਦੀ ਗੱਲ ਕਰਦੇ ਨੇ ਤਾਂ ਉੱਥੋਂ ਦਾ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਦੇਖੋ, ਉੱਥੇ ਦੇ ਬਹੁਤ ਜ਼ਿਆਦਾ ਅੰਕੜੇ ਨਹੀਂ ਮੇਰੇ ਕੋਲ, ਲੇਕਿਨ ਦਿੱਲੀ ਦੀ ਪਾਪੂਲੇਸ਼ਨ 2 ਕਰੋੜ ਦੇ ਕਰੀਬ ਹੈ। ਜਿਹੜਾ ਅੰਕੜਾ ਮੈਂ ਤੁਹਾਨੂੰ ਇੱਕ ਪਹਿਲਾਂ ਦੱਸਿਆ ਵੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦਾ 2004 ਤੋਂ ਲੈ ਕੇ 14 ਤੱਕ ਦਾ, ਉੱਥੇ ਸਿਰਫ 21 ਬੰਦਿਆਂ ਦੀ ਮੌਤ ਹੋਈ ਸੀਗੀ, 1150 ਦੀ ਮੌਤ ਹੋਈ ਸੀ। ਤੁਸੀਂ ਆਪ ਵੀ ਕੰਪੇਅਰ ਕਰ ਲਓ ਵੀ ਉੱਥੇ ਨਜਾਇਜ਼ ਸ਼ਰਾਬ ਜਿਹੜੀ ਹੈ ਕਿੰਨੀ ਕੁ ਚੱਲਦੀ ਹੋਊਗੀ ਜੇ 21 ਬੰਦੇ ਹੀ ਮਰਿਆ 10 ਸਾਲ 'ਚ। ਸਾਡੇ ਮਰੇ 11। ਇਹ ਅੰਕੜੇ ਤੁਸੀਂ ਦੱਸ ਰਹੇ ਹੋ 2004 ਤੋਂ 14 ਤੱਕ ਦੇ? 14 ਤੱਕ ਦੇ, ਹਾਂ, ਇੱਕ ਇੰਡੀਕੇਟਰ ਹੈਗਾ ਮਤਲਬ। ਪਰ ਉਸ ਤੋਂ ਬਾਅਦ ਲੋਕ ਜਾਨਣਾ ਚਾਹਣਗੇ, ਠੀਕ ਹੈ, ਤੁਹਾਡੇ ਕੋਲ ਨਹੀਂ ਹੈਗੇ, ਕਿਉਂਕਿ ਉਹ ਤੋਂ ਬਾਅਦ ਵਾਲੇ ਜਿਹੜੇ ਮੇਰੇ ਕੋਲ ਨਹੀਂ ਹੈ, ਲੇਕਿਨ ਉਹ ਹੈਗੇ ਆ ਕਿ ਹਾਂ ਜੀ ਉਹ ਹੈ, ਉਹ ਪਏ ਆ। ਸੋ ਇਸ ਲਈ
ਜੇ ਤੁਸੀਂ ਮਤਲਬ ਸਰਕਾਰੀ ਉਹਦੇ ਦੋ ਤਿੰਨ ਗੱਲਾਂ, ਇੱਕ ਤਾਂ ਚਲੋ ਕੁਆਲਿਟੀ ਦੀ ਗੱਲ ਆ ਕਿ ਜਿਹੜੇ ਬੰਦਿਆਂ ਨੇ ਪੀਣੀ ਆ ਉਹਨਾਂ ਨੂੰ ਕੁਆਲਿਟੀ ਦੀ ਸ਼ਰਾਬ ਜਿਹੜੀ ਆ ਮਿਲੂਗੀ। ਦੂਜਾ ਉਹਦੇ ਤੇ ਰੇਟ ਫਿਕਸ ਹੈ। ਹੁਣ ਕੀ ਹੋ ਰਿਹਾ? ਹੁਣ ਇਹ ਹੋ ਰਿਹਾ ਵੀ ਤੁਸੀਂ ਪਟਿਆਲੇ ਜ਼ਿਲ੍ਹੇ 'ਚ ਰਹਿੰਦੇ ਹੋ, ਤੁਸੀਂ ਇੱਥੋਂ ਦੀ ਸ਼ਰਾਬ ਲਿਜਾ ਕੇ ਕਿਤੇ ਹੋਰ ਨਹੀਂ ਪੀ ਸਕਦੇ। ਹਾਂਜੀ, ਤੁਹਾਨੂੰ ਉਹ ਘੇਰ ਲੈਂਦੇ ਆ। ਤੁਸੀਂ ਹੋਲਸੇਲ ਤੋਂ ਲੈਣੀ ਹੈ ਜੀ, ਤਾਂ ਤੁਸੀਂ ਪਟਿਆਲੇ ਤੋਂ ਹੀ ਚੱਕੋਗੇ, ਤੁਸੀਂ ਨਾ ਉੱਥੋਂ ਨਹੀਂ ਲਿਆ ਸਕਦੇ, ਲੁਧਿਆਣੇ ਤੋਂ ਨਹੀਂ ਲੈ ਸਕਦੇ, ਖੰਨੇ ਤੋਂ ਨਹੀਂ ਲੈ ਸਕਦੇ। ਇਹ ਸਾਰਾ ਕੁਝ ਹੈਗਾ। ਜੇ ਸਰਕਾਰ ਦਾ ਕੰਟਰੋਲ ਹੋਵੇ ਫਿਰ ਕੋਈ ਰੌਲਾ ਨਹੀਂ, ਸਾਰੇ ਕਿਤੇ ਰੇਟ ਸੇਮ ਹੋਊਗਾ। ਟਵਾਣਾ ਸਾਹਿਬ, ਇਹਦੇ ਵਿੱਚ ਇਹ ਵੀ ਹੈ ਨਾ, ਇੱਕ ਤਾਂ ਹੁੰਦਾ ਹੈ ਕਿ ਮੈਂ ਜਿਵੇਂ ਪਹਿਲਾਂ ਸਿਆਸਤਦਾਨਾਂ ਦੀ ਗੱਲ ਕੀਤੀ, ਸਿਆਸੀ ਇੱਛਾ ਸ਼ਕਤੀ ਵੀ ਹੁੰਦੀ ਹੈ ਫੈਸਲੇ ਲੈਣ ਦੀ, ਪਰ ਜਿਹੜੇ ਸਰਕਾਰੀ ਤੰਤਰ ਨੇ ਪਹਿਲਾਂ ਲੁੱਟ ਮਤਲਬ ਕਿ ਮਚਾਈ, ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਸਰਕਾਰਾਂ ਰਹੀਆਂ, ਹੁਣ ਤੱਕ ਕੋਈ ਵੀ ਪਾਲਿਸੀ ਨਹੀਂ ਬਣਾਈ, ਕਿਸੇ ਵੀ ਢੰਗ ਦੇ ਨਾਲ ਕੋਈ ਕਾਰਪੋਰੇਸ਼ਨ ਦੀ ਗੱਲ ਨਹੀਂ ਚੱਲੀ। ਜੇ ਹੁਣ ਅੱਜ ਚੱਲੀ ਆ ਤਾਂ ਰਹਿਣਗੇ ਤਾਂ ਸਰਕਾਰ ਦੇ ਵਿੱਚ ਉਹੀ ਲੋਕ, ਉਹੀ ਮੰਤਰੀ, ਐਮਐਲਏਜ਼, ਉਹਨਾਂ ਸਰਕਾਰਾਂ ਦੇ ਨੁਮਾਇੰਦੇ, ਉਹਨਾਂ ਪਾਰਟੀਆਂ ਦੇ ਨੁਮਾਇੰਦੇ, ਉਹ ਸਾਰੇ ਉੱਥੇ ਹੋਣਗੇ। ਫਿਰ ਲੋਕ ਇਹੀ ਸਵਾਲ ਪੁੱਛਣਗੇ ਕਿ ਫਿਰ ਕਿੱਦਾਂ ਭਰੋਸਾ ਕੀਤਾ ਜਾਏ ਇਹਨਾਂ ਤੇ ਕਿ ਇਹ ਉਸ ਪਾਲਿਸੀ ਨੂੰ ਕਾਮਯਾਬ ਹੋਣ ਦੇ ਦੇਣਗੇ। ਦੇਖੋ, ਇਹ ਠੀਕ ਹੈ, ਔਖਾ ਕੰਮ ਹੈ। ਜਿਹੜੀ ਪਾਰਟੀ ਵੀ ਕਰਨਾ ਚਾਹੂਗੀ ਉਹਨੂੰ ਬਹੁਤ ਵੱਡੀ ਰੈਸਿਸਟੈਂਸ, ਜਿਹੜੀ ਆਪੋਜੀਸ਼ਨ, ਵਿਰੋਧ ਦਾ ਹਾਲੇ ਵੀ ਮਤਲਬ ਉਹ ਸਾਹਮਣਾ ਕਰਨਾ ਪਊਗਾ। ਕਿਉਂਕਿ ਉਹ ਪੋਲੀਟੀਸ਼ੀਅਨ ਨੇ ਜਿਹੜਾ ਵੱਡਾ ਵੱਡਾ ਧੰਦਾ ਕਰਦੇ ਆ, ਵੱਡੇ ਵੱਡੇ ਲੀਕਰ ਮਾਫੀਆ ਹੈਗੇ ਆ, ਉਹ ਸਾਰੇ ਪੋਲੀਟੀਕਲ ਨੇ। ਉਹਨਾਂ ਨੇ ਪਹਿਲਾਂ ਤਾਂ ਇਸ ਤੇ ਸਰਕਾਰੀ ਕੰਟਰੋਲ ਨੂੰ ਹੀ ਅਪੋਜ਼ ਕਰਨਾ, ਨੰਬਰ 1 ਹੈ ਨਾ, ਵੀ ਹਾਂ ਜੀ ਸਾਡਾ ਧੰਦਾ ਬੰਦ ਹੁੰਦਾ, ਅਸੀਂ ਕਿਉਂ ਕਰਨ ਦੇਵਾਂਗੇ। ਦੂਜੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਬੰਦੇ ਚਾਹੇ ਉਹ ਸਰਕਾਰੀ ਅਫਸਰ ਉੱਥੇ ਬੈਠਾ, ਚਾਹੇ ਐਕਸਾਈਜ਼ ਮਹਿਕਮੇ ਦਾ ਬੈਠਾ, ਪੁਲਿਸ ਵਾਲਾ ਬੈਠਾ, ਲੇਕਿਨ ਜਦੋਂ ਉਹਦੇ ਤੇ ਸਰਕਾਰੀ ਕੰਟਰੋਲ ਹੈ, ਜਦੋਂ ਉਹਨੂੰ ਇੱਕ ਸਰਕਾਰੀ ਆਈਐਸ ਆਫੀਸਰ ਥੱਲੇ ਉਹਦੇ ਸਰਕਾਰੀ ਆਫੀਸਰ ਬੈਠਾ, ਉਹਦੀ ਜਵਾਬਦੇਹੀ ਹੈ। ਇੱਕ ਹੈਗਾ ਪ੍ਰਾਈਵੇਟ ਠੇਕੇਦਾਰ, ਉਹ ਜਿੱਥੋਂ ਮਰਜ਼ੀ ਲਿਆ ਕੇ 2 ਨੰਬਰ 'ਚ ਵੇਚੇ, ਉਹਦਾ ਰੇਟ ਅੱਗੇ ਪਿੱਛੇ ਕਰੇ, ਜੋ ਮਰਜ਼ੀ ਕਰੇ, ਉਹ ਬੋਤਲਾਂ ਖੋਲ ਕੇ ਜਾਲੀ ਉਹ 'ਚ ਪਾਣੀ ਪਾ ਕੇ ਵੇਚੀ ਜਾਵੇ, ਉਹ ਪ੍ਰਾਈਵੇਟ ਹੈ। ਜੇ ਸਰਕਾਰੀ ਕੰਟਰੋਲ ਹੈ ਤਾਂ ਉਹਦੀ ਜਵਾਬਦੇਹੀ ਹੈ, ਉਹ ਸਰਕਾਰ ਨੂੰ ਜਵਾਬਦੇਹ ਆ, ਉਹ ਲੋਕਾਂ ਨੂੰ ਵੀ ਜਵਾਬਦੇਹ ਹੈ, ਤੇ ਇਸ ਲਈ ਉਹਦੇ ਤੇ ਐਕਸ਼ਨ ਵੀ ਹੋ ਸਕਦਾ, ਉਹਦੀ ਕੰਪਲੇਂਟ ਵੀ ਹੋ ਸਕਦੀ ਹੈ। ਹੁਣ ਤਾਂ ਖੁੱਲ੍ਹਾ ਰਾਜ ਹੈ ਨਾ ਕਿ ਤੁਸੀਂ, ਇਹ ਠੀਕ ਹੈ, ਮੈਂ 100% ਇਹ ਨਹੀਂ ਗਰੰਟੀ ਕਰਦੇ ਕਿ ਫਿਰ ਨਹੀਂ ਹੋਊਗਾ, ਹੋਊਗਾ, ਲੇਕਿਨ ਉਹਦਾ ਵੋਲਿਊਮ ਹੁਣ ਨਾਲੋਂ ਬਹੁਤ ਘੱਟ ਹੋਊਗਾ। ਇਹਦੇ ਵਿੱਚ ਇਹ ਮੰਨਿਆ ਜਾਏ ਕਿ ਉੱਪਰ ਜਿਹੜਾ ਆ ਕੋਈ, ਜਿਹੜਾ ਜਿਵੇਂ ਚਲੋ ਆਪਾਂ ਨਾਲ ਇਹ ਵੀ ਗੱਲ ਜੁੜਦੀ ਹੈ ਕਿ ਕੋਈ ਮੁੱਖ ਮੰਤਰੀ ਜਿਹੜਾ ਇਹੋ ਜਿਹਾ ਆਵੇ, ਪਾਵਰਫੁਲ ਕਹਿ ਲਓ ਕਿ ਇਮਾਨਦਾਰ ਵੀ ਕਹਿ ਲਓ, ਕਿ ਜਿਹੜਾ ਇਹ ਸਭ ਤੇ ਕੰਟਰੋਲ ਕਰੇ। ਜੇ ਉੱਪਰ ਹੀ ਏਦਾਂ ਦਾ ਹੋਇਆ, ਅਲੀ ਬਾਬਾ 40 ਚੋਰ ਵਾਲੀ ਗੱਲ ਫੇਰ ਸ਼ੁਰੂ ਹੋ ਜਾਣੀ ਹੈ। ਦੇਖੋ, ਇੱਕ ਤਾਂ ਜਿਹੜੀ ਜੇ ਤਾਂ ਤੁਸੀਂ ਸਰਕਾਰੀ ਕੰਟਰੋਲ 'ਚ ਕਰਦੇ ਹੋ, ਇਹ ਤਾਂ ਤੁਹਾਨੂੰ ਸਪਲਾਈ ਤੇ ਵਿਕਰੀ ਦਿਖਾਉਣੀ ਪਊਗੀ ਟੋਟਲ। ਉਹ ਤਾਂ ਮਤਲਬ ਪੰਜਾਬ ਲੈਵਲ ਤੇ ਤੁਹਾਨੂੰ ਉਹਦਾ ਸਾਰਾ ਰੱਖਣਾ ਪਊਗਾ। ਉਹ ਤਾਂ ਆਊਗੀ ਥਰੂ ਪ੍ਰੋਪਰ ਚੈਨਲ ਹੋਊਗੀ, ਇਹ ਠੀਕ ਹੈ ਜੀ, ਇੰਨੀ ਸਪਲਾਈ ਹੋਈ, ਫਲਾਣੀ ਫੈਕਟਰੀ ਤੋਂ ਹੋਈ, ਫਲਾਣੀ ਡਿਸਟਿਲਰੀ ਤੋਂ ਹੋਈ, ਫਲਾਣੀ ਤੋਂ ਹੋਈ, ਤੇ ਇੰਨੀ ਵਿਕੀ, ਕਿਹੜੇ ਕਿਹੜੇ ਠੇਕੇ ਤੇ ਕਿੰਨੀ ਕਿੰਨੀ ਵਿਕੀ। ਇਹ ਸਰਕਾਰੀ ਰਿਕਾਰਡ ਤਾਂ ਹਰ ਰੋਜ਼ ਇਨਕਮ ਦਾ ਹੋਣਾ ਨਾ, ਉਹਦਾ ਡੇਲੀ ਇਨਕਮ ਉੱਥੇ ਸ਼ਾਮ ਨੂੰ ਪਹੁੰਚ ਜਾਂਦੀ ਹੈ। ਤਾਮਿਲਨਾਡੂ 'ਚ ਅੱਜ ਕਿੰਨੇ ਦੀ ਸ਼ਰਾਬ ਵਿਕੀ, ਉਹ ਸਟੇਟ ਲੈਵਲ ਤੇ ਉੱਥੇ ਪਹੁੰਚ ਜਾਂਦੀ ਹੈ, ਹੈੱਡ ਆਫਿਸ। ਜੀ ਕਿੰਨੇ ਦੀ ਹੋਈ, ਕਿੰਨੀ ਸਪਲਾਈ ਹੋਈ, ਕਿੰਨੀ ਵਿਕੀ, ਕਿੰਨਾ ਉਹਦਾ ਕਲੋਜ਼ਿੰਗ ਐਂਡ ਓਪਨਿੰਗ ਸਾਰਾ ਸਟਾਕ ਚੱਲਦਾ ਹੈ ਜੀ। ਇਹ ਤਾਂ ਹੈਗਾ। ਆਪਾਂ ਜਿਹੜਾ ਕਹਿੰਦੇ ਆ ਕਿ ਹੁਣ ਨਹੀਂ ਹੈ, ਹੁਣ ਤਾਂ ਪ੍ਰਾਈਵੇਟ ਆ ਨਾ, ਉਹਨੇ ਠੇਕਾ ਬੰਦ ਕਰਿਆ। ਉੱਥੇ ਕੀ ਆ, ਹੁਣ 26 ਤਰੀਕ ਨੂੰ ਡਰਾਈ ਡੇ ਸੀਗਾ, ਹੈ ਜੀ, ਉਹ ਦਿੱਤੂਪੁਰ ਜੱਟਾਂ ਦੀ ਖਬਰ ਲੱਗੀ ਵੀ ਹੈ ਕਿ ਉੱਥੇ ਨਜਾਇਜ਼ ਸ਼ਰਾਬ ਵੇਚੀ ਗਈ, ਤੁਸੀਂ ਬੰਦ ਕਰ ਦਿਓ, ਉੱਥੇ ਵੇਚੀ ਗਈ। ਫੇਰ ਠੇਕਿਆਂ ਦਾ ਕੋਈ ਟਾਈਮ ਹੋਊਗਾ। ਹੁਣ ਤਾਂ ਜਿਹੜਾ ਮਰਜ਼ੀ ਠੇਕੇਦਾਰ ਆ, ਰਾਤ ਨੂੰ 11 ਵੀ ਖੋਲੋ, ਸਵੇਰੇ 3 ਵੀ ਖੋਲੋ, ਉੱਥੇ ਪ੍ਰੋਪਰ ਟਾਈਮ ਹੈ ਵੀ ਹਾਂ ਸਵੇਰ ਤੋਂ 8 ਤੋਂ 8 ਖੋਲਣਾ ਜਾਂ ਕੀ ਹੈ, ਉਹ ਸਾਰੇ ਕਿਤੇ ਹੈਗਾ। ਜਿਵੇਂ ਦਿੱਲੀ 'ਚ ਵੀ ਹੈਗਾ, ਤਾਮਿਲਨਾਡੂ 'ਚ ਵੀ, ਜਿਹੜੀ ਸਰਕਾਰੀ ਦੁਕਾਨਾਂ ਨੇ ਉਹਨਾਂ ਦਾ ਕੋਈ ਹੈਗਾ, ਤੇ ਉਹਦਾ ਸਟਾਕ ਕਲੋਜ਼ਿੰਗ ਤੇ ਓਪਨਿੰਗ ਸਟਾਕ ਕਿੰਨੇ ਸਾਰਾ ਚੱਲਦਾ, ਤੇ ਹਰ ਰੋਜ਼ ਕਿੰਨੀ ਵਿਕੀ ਉੱਥੇ ਭੇਜਣਾ ਪੈਂਦਾ ਤੁਹਾਨੂੰ, ਸਾਰਾ ਹਿਸਾਬ ਕਿਤਾਬ ਕਰਕੇ। ਇਹ ਤਾਂ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਤੁਸੀਂ ਇੱਕ ਗੱਲ ਕਰ ਰਹੇ ਹੋ ਨਾ, ਉਹਦੇ 'ਚ ਇੰਪੋਰਟੈਂਟ ਇਹ ਗੱਲ ਕਰ ਰਹੇ ਹਾਂ ਜਿਹੜਾ ਲੀਗਲਾਈਜ਼ਡ ਟ੍ਰੇਡ ਹੈ, ਜਿਹੜਾ ਲੀਗਲ ਹਿਸਾਬ ਕਿਤਾਬ ਚੱਲੂਗਾ। ਗੱਲ ਹੈਗੀ ਹੈ ਜਿਹੜਾ ਇਲੀਗਲ ਚੱਲ ਰਿਹਾ, ਉਹਦੇ ਬਾਅਦ 'ਚ ਜਿਹੜੀ ਗੱਲ ਤੁਸੀਂ ਕਰਦੇ ਹੋ ਉਹ ਜ਼ਿਆਦਾ ਖਤਰਾ। ਇਹ ਜਿਹੜਾ ਤੁਸੀਂ ਸਰਕਾਰੀ ਕਰਤਾ, ਉਹਦੇ 'ਚ ਬਹੁਤ ਕੁਝ ਸੁਧਾਰ ਹੋ ਗਿਆ, ਪੂਰਾ 100% ਹੋ ਸਕਦਾ, ਕਿਤੇ ਵੀ ਪੋਸੀਬਿਲਿਟੀ ਨਹੀਂ, ਲੇਕਿਨ ਕਾਫੀ ਵੱਡਾ ਸੁਧਾਰ ਹੋ ਸਕਦਾ, ਹੋ ਸਕਦਾ, ਤੁਹਾਡੀ ਇਨਕਮ ਵੱਧ ਸਕਦੀ ਹੈ।
ਲੇਕਿਨ ਉਸ ਤੋਂ ਬਾਅਦ ਇਹ ਹੈ ਕਿ ਜਿਹੜਾ ਇਲੀਗਲ ਫੈਕਟਰੀਆਂ ਲੱਗਦੀਆਂ, ਇਲੀਗਲ ਸ਼ਰਾਬ ਵੇਚੀ ਜਾਂਦੀ ਹੈ, ਉਹ ਕੰਟਰੋਲ ਤਾਂ ਫੇਰ ਸਟੇਟ ਨੇ ਕਰਨਾ। ਉਸ ਦੇ ਹਿਸਾਬ 'ਚ ਤਾਂ ਫੇਰ ਤੁਹਾਨੂੰ ਪੋਲੀਟੀਕਲ ਵਿਲ ਚਾਹੀਦੀ ਹੈ, ਫੇਰ ਪੁਲਿਸ ਦੀ ਚਾਹੀਦੀ ਹੈ, ਐਕਸਾਈਜ਼ ਮਹਿਕਮਾ ਉੱਥੇ ਬੈਠਾ। ਉਹ ਤੇ ਜਿਹੜਾ 2 ਨੰਬਰ ਦਾ ਧੰਦਾ, ਉਹ ਤਾਂ ਫੇਰ ਤੁਹਾਡੀ ਵਿਲ ਪਾਵਰ ਤੇ ਤੁਹਾਡੀ ਇੱਛਾ ਸ਼ਕਤੀ ਤੇ ਕਰਦਾ ਕਿ ਤੁਸੀਂ ਕਰਨ ਲਈ ਤਿਆਰ ਹੋ ਕਿ ਨਹੀਂ ਹੋ। ਬਿਲਕੁਲ ਜੇ ਉਹ ਚੱਲਦਾ, ਫਿਰ ਜਿਹੜੀ ਸਰਕਾਰੀ ਕੰਟਰੋਲ ਕਰਕੇ ਤੁਸੀਂ ਵੇਚਦੇ ਹੋ, ਉਸ ਦੀ ਡਿਮਾਂਡ ਹੀ ਉਹ ਪੂਰੀ ਕਰ ਰਿਹਾ ਨਾ, ਕਿ ਅਗਲੇ ਨੇ ਠੇਕੇ ਤੋਂ ਨਹੀਂ ਖਰੀਦੀ, ਹੈਨਾ, ਪ੍ਰਾਈਵੇਟ ਫੈਕਟਰੀ ਤੋਂ ਲੈ ਕੇ ਖਰੀਦ ਲਈ। ਸੋ ਉਹ ਥੋੜਾ ਘਾਟਾ ਜੇ ਸੂਬਾ ਪੂਰੀ ਤਰ੍ਹਾਂ ਚਾਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਜੇ 2 ਨੰਬਰ ਦਾ ਧੰਦਾ ਬੰਦ ਹੋ ਜੇ, ਸਰਕਾਰੀ ਹੋ ਜੇ, ਤਾਂ 14-15 ਹਜ਼ਾਰ ਕਰੋੜ ਤੋਂ ਥੱਲੇ ਦੀ ਇਨਕਮ ਨਹੀਂ ਅਸੈਸ ਕੀਤੀ ਜਾ ਸਕਦੀ ਕਿ ਸ਼ਰਾਬ ਤੋਂ ਨਹੀਂ ਹੋ ਸਕਦੀ ਹੈ। ਬਿਲਕੁਲ। ਮੇਰਾ ਆਖਰੀ ਸਵਾਲ ਇਹ ਆ, ਤੁਸੀਂ ਸ਼ਰਾਬ ਦੇ ਹੱਕ ਵਿੱਚ ਤਾਂ ਨਹੀਂ ਹੈਗੇ। ਲੋਕ ਸੋਚ ਰਹੇ ਹੋਣਗੇ ਕਿ ਇਸ ਵਿਸ਼ੇ ਦੇ ਉੱਤੇ ਟਾਕ ਕਿਉਂ ਹੈ। ਟਾਕ ਇਸ ਕਰਕੇ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਆ, ਪੰਜਾਬ ਦੇ ਲੋਕਾਂ ਦੇ ਸਿਰ ਤੇ ਕਰਜ਼ਾ ਚੜਿਆ ਹੈ। ਇਹਨਾਂ ਲੀਡਰਾਂ ਦਾ ਕੋਈ ਫਰਕ ਨਹੀਂ ਪੈਣਾ, ਫਰਕ ਸਾਡੇ ਤੁਹਾਡੇ ਵਰਗਿਆਂ ਨੂੰ ਪੈਣਾ। ਇਸ ਲਈ ਇਸ ਵਿਸ਼ੇ ਉੱਤੇ ਟਾਕ ਕੀਤੀ ਹੈ। ਮੈਂ ਚਾਹੁੰਦਾ ਕਿ ਤੁਸੀਂ ਜਾਂਦੇ ਜਾਂਦੇ ਇਹ ਦੱਸੋ ਕਿ ਸ਼ਰਾਬ ਤੋਂ ਇਲਾਵਾ ਹੋਰ ਕਿਹੜਾ ਇਹੋ ਜਿਹਾ ਮਹਿਕਮਾ ਆ ਜਿਹਨੂੰ ਏਦਾਂ ਸਰਕਾਰੀਕਰਨ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਕਰਜ਼ਾ ਮੁਕਤ ਕੀਤਾ ਜਾ ਸਕਦਾ, ਕਿਉਂਕਿ ਇਹ ਨਾ ਹੋਵੇ ਕਿ ਜਿਵੇਂ ਤੁਸੀਂ ਕਿਹਾ ਕਿ ਇਹਦੇ ਵਿੱਚ ਰੁਜ਼ਗਾਰ ਵੀ ਪੈਦਾ ਹੋਏਗਾ। ਲੋਕਾਂ ਨੇ ਕਹਿਣਾ ਕਿ ਤੁਸੀਂ ਸਾਡੇ ਬੱਚਿਆਂ ਨੂੰ ਕਿਤੇ ਸ਼ਰਾਬ ਤੇ ਨਾ ਲਾ ਦਿਓ, ਜਿਹੜੇ ਉੱਥੇ ਠੇਕੇ ਤੇ ਜਾਣਗੇ, ਨੌਕਰੀ ਕਰਨਗੇ, ਤੇ ਹੌਲੀ ਹੌਲੀ ਕਿਤੇ ਸ਼ਰਾਬ ਤੇ ਨਾ ਲੱਗ ਜਾਣ। ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਸ਼ਰਾਬ ਦਾ ਦਰਿਆ ਵਗਦਾ ਇਹ ਇੱਕ ਪਾਸੇ ਹੋਵੇ। ਹੋਰ ਵੀ ਤਾਂ ਬਦਲ ਹੋਣੇ ਇਹਦੇ। ਦੇਖੋ, ਇਹ ਗੱਲ ਠੀਕ ਹੈ, ਲੇਕਿਨ ਤਜਰਬੇ ਇਹ ਹੈ ਕਿ ਜਿਹੜਾ ਹਰਿਆਣਾ ਸਾਡੇ ਨਾਲ ਪੈਂਦਾ, ਉੱਥੇ ਸ਼ਰਾਬ ਦੀ ਪਾਬੰਦੀ ਹੋਈ। ਜਦੋਂ ਪਾਬੰਦੀ ਹੋਈ, ਪੋਲੀਟੀਸ਼ੀਅਨਾਂ ਨੇ ਹੀ ਪੈਸੇ ਬਣਾਏ ਨਾ। 20 ਰੁਪਏ ਦੀ ਬੋਤਲ ਜਿਹੜੀ ਹੈ 100 ਰੁਪਏ ਚ ਵੇਚੀ ਗਈ, ਸ਼ਰਾਬ ਵਿਕਣੀ ਬੰਦ ਨਹੀਂ ਹੋਈ। ਬਿਲਕੁਲ। ਇਹ ਲੋਕ ਇੱਥੇ ਪੰਜਾਬ ਚ ਆ ਕੇ ਪੈ ਜਾਂਦੇ ਸੀ। ਗੁਜਰਾਤ ਦੇ ਵਿੱਚ ਪਾਬੰਦੀ ਹੈ, ਲੇਕਿਨ ਸ਼ਰਾਬ ਵਿਕਦੀ ਹੈ, ਨਜਾਇਜ਼। ਬਿਹਾਰ ਦੇ ਵਿੱਚ ਰੌਲਾ ਪੈ ਰਿਹਾ। ਤਾਮਿਲਨਾਡੂ ਦੇ ਵਿੱਚ 1886 ਦੇ ਵਿੱਚ ਪਾਬੰਦੀ ਲਾਈ ਗਈ ਸੀ, 1886 ਚ, ਫਿਰ ਵਿੱਚੋਂ ਖੁੱਲੀ ਗਈ, ਫਿਰ ਬੰਦ ਹੋ ਗਈ, ਫਿਰ ਖੋਲੀ ਗਈ। ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਇਹਨੂੰ ਸਰਕਾਰੀ ਕੰਟਰੋਲ ਚ ਕਰੋ, 2002 ਤੋਂ ਖੋਲਤੀ। ਇਹ ਠੀਕ ਹੈ ਕਿ ਸ਼ਰਾਬ ਪੂਰੀ ਤਰ੍ਹਾਂ ਬੰਦ ਹੋ ਜਾਏ, ਚੰਗੀ ਗੱਲ ਹੈ ਕਿ ਲੋਕ ਸ਼ਰਾਬ ਨਾ ਪੀਣ, ਲੇਕਿਨ ਇਹ ਵੀ ਇੱਕ ਫੈਕਟ ਤੁਹਾਨੂੰ ਮੰਨਣਾ ਪਊਗਾ, ਜੇ ਲੋਕ ਸ਼ਰਾਬ ਪੀ ਰਹੇ ਆ ਤੇ ਜਿਹੜੀ ਸ਼ਰਾਬ ਦੀ ਫਿਰ ਸਪਲਾਈ ਹੈ ਤੇ ਡਿਮਾਂਡ ਹੈ, ਉਦੋਂ ਜਿਹੜੀ ਸਰਕਾਰ ਦੀ ਇਨਕਮ ਹੈ, ਜਿਹੜੀ ਹੋਰ ਕੰਮਾਂ ਲਈ, ਹੁਣ ਹਰੇਕ ਬੋਤਲ ਦੇ ਉੱਤੇ ਐਜੂਕੇਸ਼ਨ ਸੈਸ ਲਾਇਆ ਵਾ। ਉਹਦਾ ਮਤਲਬ ਕਿ ਸ਼ਰਾਬ ਜੇ ਵੇਚਣੀ ਹੈ ਤਾਂ ਐਜੂਕੇਸ਼ਨ ਨੂੰ ਸੁਧਾਰੋ। ਜੇ ਤੁਸੀਂ ਉੱਥੋਂ ਇਨਕਮ ਪੂਰੀ ਕਰਕੇ ਆਪਣੀ ਜਿਹੜੀ ਤੁਸੀਂ ਐਜੂਕੇਸ਼ਨ ਠੀਕ ਕਰ ਸਕਦੇ ਹੋ, ਹੈਲਥ ਠੀਕ ਕਰ ਸਕਦੇ ਹੋ, ਹੋਰ ਕਰ ਸਕਦੇ ਹੋ, ਫਿਰ ਤੁਸੀਂ, ਜੇ ਤੁਹਾਡੇ ਕੋਲੇ ਹੋਵੇ ਵੀ ਕਿਹੜੀ ਸਪਲਾਈ, ਕਿਹੜਾ ਬੰਦਾ ਕਿੰਨੀ ਦਾਰੂ ਪੀਂਦਾ, ਤੁਸੀਂ ਉੱਥੇ ਕਾਉਂਸਲਿੰਗ ਕਰ ਸਕਦੇ ਹੋ। ਤੁਹਾਡੇ ਕੰਟਰੋਲ 'ਚ ਹੋਵੇ, ਤੁਹਾਨੂੰ ਇਨਫੋਰਮੇਸ਼ਨ ਹੋਵੇ ਕਿ ਕਿਹੜਾ ਬੰਦਾ ਆਊਟ ਆਫ ਦੀ ਵੇ ਜਾ ਰਿਹਾ, ਕਿਹਨੂੰ ਕੀ ਲੋੜ ਹੈ। ਕਿਉਂਕਿ ਜੇ ਸ਼ਰਾਬ ਜ਼ਿਆਦਾ ਪੀਂਦਾ, ਉਸ ਫੈਮਿਲੀ ਦਾ ਆਰਥਿਕ ਨੁਕਸਾਨ ਵੀ ਹੁੰਦਾ, ਉਸ ਫੈਮਿਲੀ 'ਚ ਉਹਦਾ ਹੈਲਥ ਨੁਕਸਾਨ ਵੀ ਹੁੰਦਾ, ਹੈਲਥ ਕਰਕੇ ਉਹਦਾ ਹੈਲਥ ਦਾ ਐਕਸਪੈਂਡੀਚਰ ਵੀ ਵੱਧਦਾ। ਬਿਲਕੁਲ, ਇਹ ਨਾਲ ਹੀ ਹੈ। ਇਹ ਤਾਂ ਠੀਕ ਹੈ, ਉਹਨੂੰ ਪਰ ਕੰਟਰੋਲ ਕਰਨ ਲਈ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਕਿ ਸਾਨੂੰ ਇਹ ਤਾਂ ਪਤਾ ਹੋਵੇ ਜਾਇਜ਼ ਸ਼ਰਾਬ ਤੇ ਨਜਾਇਜ਼ ਸ਼ਰਾਬ ਕਿੰਨੀ ਪੀਤੀ ਜਾਂਦੀ ਹੈ, ਕਿੰਨੀ ਕੰਜੰਪਸ਼ਨ ਹੈਗੀ ਹੈ, ਸਾਨੂੰ ਤਾਂ ਹਾਲੇ ਉਹ ਵੀ ਨਹੀਂ ਪਤਾ। ਤੇ ਜੋ ਪਤਾ ਹੋਵੇ, ਸਰਕਾਰੀ ਕੰਟਰੋਲ ਪੂਰਾ ਹੋ ਜੇ, ਫਿਰ ਅਸੀਂ ਉਹਨੂੰ ਕੋਈ ਰੂਪ ਰੇਖਾ ਦੇ ਸਕਦੇ ਹਾਂ, ਕੱਢ ਸਕਦੇ ਹਾਂ ਵੀ ਕੀ ਕਰਨਾ। ਰਾਣਾ ਸਾਹਿਬ, ਤੁਸੀਂ ਇੱਥੇ ਸੈਸ ਦੀ ਗੱਲ ਕੀਤੀ ਸੀ, ਇਹ ਦੱਸਿਓ ਕਿ ਹੋਰ ਕਿਹੜਾ ਸੈਸ ਲੱਗਦਾ ਸ਼ਰਾਬ ਉੱਤੇ? ਜੇ ਐਜੂਕੇਸ਼ਨ ਸੈਸ ਲੱਗਦਾ, ਹੋਰ ਵੀ ਤਾਂ ਬੜੇ ਸੈਸ ਪੰਜਾਬ 'ਚ ਚੱਲਦੇ। ਮੇਰੇ ਜਿਹੜਾ ਬਾਕੀ ਦਾ ਤਾਂ ਹੈ ਨਾ ਜੀ, ਬਾਕੀ ਤਾਂ ਡਿਊਟੀਜ਼ ਹੈ, ਟੈਕਸਿਸ ਹੀ ਹੈ। ਜਿਹੜਾ ਸੈਸ ਹੈ ਐਜੂਕੇਸ਼ਨ ਦਾ, ਉਹ ਕਾਫੀ ਦੇਰ ਤੋਂ ਪੈਂਦਾ। ਪਹਿਲਾਂ 1 ਰੁਪਿਆ ਪਰ ਬੋਟਲ ਸੀ, ਹੁਣ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕਿੰਨਾ, ਲੇਕਿਨ ਉਹ ਵੀ ਕਦੇ ਐਜੂਕੇਸ਼ਨ ਵੱਲ ਕਦੇ ਨਹੀਂ ਦਿੱਤਾ ਗਿਆ ਵੀ ਕਿੰਨੇ ਪੈਸੇ ਆਏ, ਕਿੰਨੇ ਖਰਚੇ ਗਏ। ਜੇ ਅਸੀਂ 60 ਕਰੋੜ ਬੋਟਲ ਦੀ ਉਹ ਸੀ, ਤੇ ਹੁਣ 70-75 ਕਰੋੜ ਬੋਟਲ ਦੀ ਕੰਜੰਪਸ਼ਨ ਕਹੀਏ ਵੀ 6 ਸਾਲ ਬਾਅਦ 80 ਕਰੋੜ ਹੋ ਗਈ ਹੋਊਗੀ, ਐਗਜ਼ੈਕਟ ਇਹ ਵੀ ਨਹੀਂ ਪਤਾ। ਉਹ ਜਿਹੜਾ ਸਕਾਲਰ ਸੀਗਾ, ਉਹਦੇ ਤੋਂ ਹੀ ਮੈਂ ਬੋਲ ਰਿਹਾ, ਉਹਦੇ ਬੇਸ ਤੇ, ਕਿ ਜੇ ਇੰਨਾ 80 ਕਰੋੜ ਰੁਪਏ ਦੀ, ਜੇ ਤੁਸੀਂ ਅੱਜ ਕਹੋ ਕਿ 10 ਰੁਪਏ ਜਿੰਨੀ ਰੇਟ ਚੱਲਿਆ ਵਾ, ਉਸ ਵੇਲੇ ਮਤਲਬ ਰੇਟ ਵੀ ਬਹੁਤ ਥੋੜਾ ਸੀਗਾ। ਹੁਣ
ਸ਼ਰਾਬ ਦਾ ਰੇਟ ਕੀਤੇ ਆ, ਜੇ ਤੁਸੀਂ 10 ਰੁਪਏ ਵੀ ਲਾਉਂਦੇ ਹੋਵੋ ਤਾਂ 800 ਕਰੋੜ ਰੁਪਇਆ ਹੋ ਗਿਆ ਜੀ। ਤੇ 800 ਕਰੋੜ ਰੁਪਇਆ ਜਿਹੜਾ ਸਾਰੀ ਹਾਇਰ ਐਜੂਕੇਸ਼ਨ ਦੇ ਵਿੱਚ 1000 ਕਰੋੜ ਰੁਪਏ ਦਾ ਬਜਟ ਰੱਖੀ ਬੈਠਿਆ ਸੀ ਤਾਂ 1100 ਕਰੋੜ ਰੁਪਏ ਦਾ 800 ਕਰੋੜ ਹਾਂ। ਤੇ ਸਾਰਾ ਜਿਹੜੀ ਜਨਰਲ ਐਜੂਕੇਸ਼ਨ ਆ ਉਹਦਾ 11,000 ਕਰੋੜ ਰੁਪਏ ਦਾ ਬਜਟ ਹੈ, ਉਹਦਾ 1% ਬਣ ਜਾਂਦਾ। ਤੋ ਇਸ ਲਈ ਮਤਲਬ ਤੁਸੀਂ ਜੇ ਤੁਹਾਨੂੰ ਕੰਟਰੋਲ ਹੋਵੇ ਨਾ ਕਾਰ ਦੇ, ਦੇਖੋ ਉਹਦੇ 2-3 ਫਾਇਦੇ। ਇੱਕ ਤਾਂ ਕੰਟਰੋਲ ਹੈ, ਤੁਹਾਡੀ ਸਪਲਾਈ ਡਿਮਾਂਡ ਤੁਹਾਨੂੰ ਪਤਾ ਹੋਊ। ਇਲੀਗਲ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਕਿ ਸਰਕਾਰ ਹਰ ਤਰ੍ਹਾਂ ਉਹਨੂੰ ਬੰਦ ਕਰੇ ਕਿ ਨਜਾਇਜ਼ ਫੈਕਟਰੀਆਂ ਨਾ ਲੱਗਣ, ਨਜਾਇਜ਼ ਸ਼ਰਾਬ ਨਾ ਵਿਕੇ। ਤੇ ਦੂਜਾ ਹੈ ਕਿ ਸਾਨੂੰ ਇਹ ਪਤਾ ਹੋਵੇ ਵੀ ਹਾਂ ਕੰਜੰਪਸ਼ਨ ਹੈ ਕਿੰਨੀ ਹੈ। ਜੇ ਪਿੰਡ 'ਚ ਠੇਕਾ, ਉਸ ਠੇਕੇ ਨੂੰ ਇੰਨੇ ਪਿੰਡ ਨੇੜੇ ਤੇੜੇ ਪੈਂਦੇ ਆ ਤਾਂ ਤੁਹਾਨੂੰ ਪਤਾ ਹੋਊਗਾ ਇੱਥੇ ਇੰਨੀ ਹੁੰਦੀ ਹੈ, ਕਿਹੜਾ ਬੰਦਾ ਜ਼ਿਆਦਾ ਸ਼ਰਾਬ ਪੀਂਦਾ, ਉਹਦਾ ਕੀ ਹੋਣਾ। ਉਹ ਤੁਸੀਂ ਇੱਕ ਹੋਰ ਅਵੇਅਰਨੈਸ ਕ੍ਰੀਏਟ ਕਰ ਸਕਦੇ ਹੋ ਕਿ ਹੋ ਸਕਦੀ ਹੈ। ਲੇਕਿਨ ਜੇ ਤੁਹਾਨੂੰ ਪਤਾ ਹੀ ਨਾ ਹੋਵੇ, ਜੇ ਤੁਹਾਨੂੰ ਨਜਾਇਜ਼ ਫੈਕਟਰੀਆਂ ਉਹ ਚੱਲੀ ਜਾ ਰਹੀਆਂ, ਨਜਾਇਜ਼ ਸ਼ਰਾਬ ਵਿਕੀ ਜਾਂਦੀ ਹੈ, ਤੇ ਜਿਹੜਾ ਠੇਕੇ ਤੁਸੀਂ ਬੋਲੀ ਦਿੱਤੀ ਹੈ ਉਹਦੇ ਤੇ ਜਾਲੀ ਸ਼ਰਾਬ ਵਿਕੀ ਜਾ ਰਹੀ ਹੈ, ਉਹਦਾ ਜਿਹੜਾ ਬੰਦਾ ਪੀ ਰਿਹਾ ਉਹਦੀ ਹੈਲਥ ਤੁਸੀਂ ਵਿਗਾੜ ਰਹੇ ਹੋ। ਤੇ ਕੁਆਲਿਟੀ ਚੈੱਕ ਮਤਲਬ ਉਵੇਂ ਦਾ ਕੁਝ ਹੈ ਨਹੀਂਗਾ। ਇਸ ਲਈ ਮਤਲਬ ਇਹ ਸਿਚੁਏਸ਼ਨ ਜਿਹੜੀ ਹੁਣ ਹਾਲਾਤ ਨੇ, ਜੇ ਤੁਸੀਂ ਕਾਰਪੋਰੇਸ਼ਨ ਬਣਾ ਕੇ ਇਹਨੂੰ ਕੰਟਰੋਲ ਕਰਦੇ ਹੋ, ਤੁਹਾਡੀ ਇਨਕਮ ਵੀ ਵਧੂਗੀ ਤੇ ਤੁਹਾਡਾ ਕੰਟਰੋਲ ਵੀ ਜ਼ਿਆਦਾ ਹੋਊਗਾ ਇਸ ਦੇ ਉੱਤੇ। ਜੀ ਸ਼ੁਕਰੀਆ ਟਵਾਣਾ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉਗੇ ਅਰਥ ਸ਼ਾਸਤਰੀ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ। ਸ਼ਰਾਬ ਦੇ ਉੱਤੇ ਕਾਰਪੋਰੇਸ਼ਨ ਬਣਾਉਣੀ ਹੈ ਜਾਂ ਨਹੀਂ ਬਣਾਉਣੀ, ਇਹ ਸਿਆਸਤਦਾਨਾਂ ਤੇ ਡਿਪੈਂਡ ਕਰਦਾ। ਵਾਅਦੇ ਹਰ ਵਾਰ ਬੜੇ ਹੁੰਦੇ ਨੇ, ਪਰ ਇਸ ਵਾਰ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਪਰਖ ਚੁੱਕੇ ਨੇ। ਸਾਰੀਆਂ ਪਾਰਟੀਆਂ ਨੂੰ, ਸਭ ਨੂੰ ਦੇਖ ਰਹੇ ਨੇ ਕਿ ਕੌਣ ਕੀ ਸਾਡੇ ਲਈ ਕਰ ਸਕਦਾ ਹੈ, ਕੌਣ ਕਿੱਥੇ ਪੰਜਾਬ ਦੇ ਸੁਧਾਰ ਲਈ ਗੱਲ ਕਰਦਾ, ਕੌਣ ਖਜ਼ਾਨੇ ਭਰਨ ਦੀ ਗੱਲ ਕਰਦਾ, ਕਿੱਦਾਂ ਭਰਨ ਦੀ ਗੱਲ ਕਰਦਾ। ਇਹ ਸਭ ਕੁਝ ਹੈ। 20 ਫਰਵਰੀ ਨੂੰ ਵੋਟਾਂ ਪੈਣੀਆਂ, ਤੁਸੀਂ ਸੋਚ ਸਮਝ ਕੇ ਵੋਟ ਪਾਇਓ। ਤੁਹਾਡੇ ਹੱਕ ਕੀ ਨੇ ਉਹ ਤੁਹਾਨੂੰ ਪਤਾ ਨੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।